ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵੱਲੋਂ ਸਾਰੇ ਸਿੰਘਾਂ ਦਾ ਜਥੇਬੰਦੀਆਂ FSO ਦਾ ਵੈਲਕਮ ਕਰਦੇ ਹਾਂ। ਜਿਵੇਂ ਕਿ ਸੰਗਤਾਂ ਨੂੰ ਪਤਾ ਹੀ ਸੀ ਕਿ ਅੱਜ ਜੋ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਹੜੇ ਸ਼ਹੀਦ ਭਾਈ ਪਰਮਜੀਤ ਸਿੰਘ ਜੀ 5 ਵਾਰਡ ਉਹਨਾਂ ਦਾ ਜਿਹੜੇ ਸ਼ਹੀਦੀ ਪਾਕਿਸਤਾਨ ਵਿੱਚ ਹੋਈ, ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਜਿਹੜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਸਿੰਘਾਂ ਨੇ ਅੱਜ ਹਾਜ਼ਰੀਆਂ ਭਰੀਆਂ ਤੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਹਨ ਜਿਹੜੇ ਆਪਣੇ ਪੱਖ ਦੇ ਮਸਲੇ ਹਨ। ਸੋ ਮੈਂ ਬੇਨਤੀ ਕਰਦਾ ਹਾਂ ਭਾਈ ਜੋਗਾ ਸਿੰਘ ਜੀ ਉਹਨਾਂ ਨੂੰ ਕਿ ਉਹ ਪ੍ਰੈਸ ਕਾਨਫਰੰਸ ਨੂੰ ਸਟਾਰਟ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਭ ਤੋਂ ਪਹਿਲਾਂ ਸਾਰੇ ਮੀਡੀਆ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤਾਂ ਤੁਸੀਂ ਇੱਥੇ ਆਏ। ਤੇ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਤਾਂ ਕਿ ਸਿੱਖ ਸੰਗਤ ਤੱਕ ਜਿਹੜਾ ਸਾਡਾ ਸੁਨੇਹਾ ਹੈ ਸਹੀ ਰੂਪ ਵਿੱਚ ਪਹੁੰਚ ਸਕੇ। ਉਹ ਮੀਡੀਆ ਤੋਂ ਬਿਨਾਂ ਪੋਸੀਬਲ ਨਹੀਂ ਹੈ। ਸੋ ਤੁਹਾਡਾ ਜਿੰਨੇ ਵੀ ਇੱਥੇ ਚੈਨਲ ਅੱਜ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਹੈ ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦਾ। ਇੱਕ ਲੰਡਨ ਧਾਰਮਿਕ ਸਥਾਨ ਹੈ ਜਿੱਥੋਂ 2019 ਦੇ ਵਿੱਚ ਕੁਝ ਨੌਜਵਾਨ ਸਰੂਪ ਲਿਆਏ ਸੀ ਮਹਾਰਾਜ ਦੇ। ਇਸੇ ਤਰ੍ਹਾਂ ਪਿਛਲੇ ਸਾਲ 2022 ਦੇ ਵਿੱਚ ਵੀ ਲਿਆਏ। ਤੇ ਉੱਥੇ ਕਿਉਂਕਿ ਜਿੱਥੇ ਵਕਤ ਹੋਣ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਹੋ ਸਕਦੇ, ਉਹ ਜਿਹੜਾ ਭਾਈਚਾਰਾ ਆ ਉਹ ਅੱਧਿਕ ਸਿੱਖ ਅੱਧਿਕ ਹਿੰਦੂ ਕਹ ਲਓ, ਤਾਂ ਉੱਥੇ ਬੁੱਤ ਪੂਜਾ ਵੀ ਹੁੰਦੀ ਆ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਟੇਬਲ ਤੇ ਹੁੰਦਾ, ਜਿਹਦੇ ਕਰਕੇ ਨੌਜਵਾਨ ਉੱਥੇ ਗਏ ਸੀ। ਤਾਂ ਕਾਫੀ ਕੁਝ ਸਿਆਣੇ ਬੰਦੇ ਵੀ ਗਏ ਸੀ ਤੇ ਉਹਨਾਂ ਦੇ ਕੋਲੋਂ ਕੁਝ ਸਰੂਪ ਗਿਣਤੀ ਦੇ ਵਿੱਚ ਲੈ ਜਾਂਦੇ। ਜਿੰਨੇ ਵੀ ਸਰੂਪ ਲਿਆਂਦੇ ਉਹਨਾਂ ਨੂੰ ਉਹ ਲਿਖ ਕੇ ਦੇ ਕੇ ਆਏ ਆ, ਅਸੀਂ ਇੰਨੇ ਸਰੂਪ ਲੈ ਕੇ ਚੱਲੇ ਆ। ਉੱਥੇ ਪੁਲਿਸ ਵੀ ਸੱਦੀ ਸੀ, ਸੋ ਪੁਲਿਸ ਵੀ ਉੱਥੇ ਸੀ। ਤਾਂ ਪਰ ਹੁਣ ਇਸ ਸਾਲ ਕੁਝ ਸਮਾਂ ਪਹਿਲਾਂ ਇਹਦੇ ਵਿੱਚ 3 ਵਿਅਕਤੀਆਂ ਨੂੰ ਪੁਲਿਸ ਨੇ ਚਾਰਜ ਕਰ ਲਿਆ ਤੇ ਜਿਹੜਾ ਇਹ ਕੇਸ ਆ 30 ਤਰੀਕ ਨੂੰ ਕਰਾਊਨ ਕੋਰਟ ਦੇ ਵਿੱਚ ਸ਼ੁਰੂ ਹੋਣਾ। ਜਿਹੜਾ ਹੁੰਦਾ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਹੁੰਦਾ ਗਿਲਟੀ ਵਾਲਾ ਉਹ ਥੋੜੀ ਜਿਹੀ ਜਿਹੜੀ ਪੇਸ਼ੀ ਹੁੰਦੀ ਉਹ ਤੋਂ ਉਦੋਂ ਬਾਅਦ ਇਹ ਕੇਸ ਸ਼ੁਰੂ ਹੋਵੇਗਾ। ਅਸੀਂ ਸੋਚਦੇ ਹਾਂ ਕਿ ਜੇ ਇਹ ਉੱਥੇ ਲੈ ਕੇ ਦੇ ਕੇ ਆਏ ਆ, ਪੁਲਿਸ ਵੀ ਉੱਥੇ ਸੀਗੀ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕਿੱਦਾਂ ਹੋਵੇ। ਤੇ ਨਾਲੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਲਿਵਿੰਗ ਗੁਰੂ ਮੰਨਦੇ ਆ, ਤਾਂ ਉਹ ਆਪਣੇ ਵਾਂਗੂ ਗੁਰੂ ਸਾਹਿਬ ਨੂੰ ਲਿਵਿੰਗ ਗੁਰੂ ਨਹੀਂ ਮੰਨਦੇ, ਉਹਨਾਂ ਨੂੰ ਇੱਕ ਪੋਥੀ ਜਾਂ ਇੱਕ ਕਿਤਾਬ ਦੀ ਤਰ੍ਹਾਂ ਮੰਨਦੇ ਆ। ਸੋ ਸਾਡਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਇਹਦਾ ਮੇਨ ਮਕਸਦ ਇਹ ਆ ਕਿ ਆਪਣੀ ਸਾਰੀ ਸਿੱਖ ਕਮਿਊਨਿਟੀ ਨੂੰ ਪਤਾ ਹੋ ਜਾਵੇ ਮਸਲਾ ਕੀ ਆ। ਅੱਛਾ, ਜਿਹੜਾ ਇਹਦਾ ਰਿਜ਼ਲਟ ਨਿਕਲ ਸਕਦਾ ਉਹ ਮੈਂ ਚਾਹੁੰਦਾ ਸਾਰੀਆਂ ਸਿੱਖ ਸੰਗਤਾਂ ਨੂੰ ਪਤਾ ਹੋਣ, ਖਾਸ ਕਰਕੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ। ਗੁਰਦੁਆਰੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਜ਼ਿਆਦਾ, ਉਹਨਾਂ ਨੇ ਸੰਗਤਾਂ ਨੂੰ ਨਾਲ ਲਿਆਉਣਾ ਹੁੰਦਾ, ਸੰਗਤਾਂ ਦਾ ਸਹਿਯੋਗ ਲੈਣਾ ਹੁੰਦਾ। ਗੁਰਦੁਆਰੇ ਦੇ ਸਟੇਜਾਂ ਤੋਂ ਹੀ ਮਿਲਣਾ ਹੁੰਦਾ ਸਹਿਯੋਗ, ਹੋਰ ਤਾਂ ਕੋਈ ਆਪਣੇ ਪਲੇਟਫਾਰਮ ਹੁੰਦਾ ਨਹੀਂ ਹੈ। ਤੇ ਜੇ ਇਹ ਕੇਸ ਆਪਣੇ ਖਿਲਾਫ ਗਿਆ ਫਿਰ ਕੋਈ ਵੀ ਜਿੱਥੇ ਮਰਜ਼ੀ ਗੁਰੂ ਮਹਾਰਾਜ ਦਾ ਸਰੂਪ ਲੈ ਜਾਵੇ ਤਾਂ ਫਿਰ ਹਰ ਹਫ਼ਤੇ ਆਪਣੇ ਨੌਜਵਾਨ ਜਾ ਕੇ ਪ੍ਰੋਟੈਸਟ ਹੀ ਕਰਨਗੇ, ਜਿਹੜਾ ਕਿ ਆਪਣੀ ਕਮਿਊਨਿਟੀ ਲਈ ਵਧੀਆ ਨਹੀਂ ਹੈ। ਜਿਹੜੀਆਂ ਸਰਕਾਰ ਰਿਪੋਰਟਾਂ ਬਣਾ ਰਹੀ ਆ ਜਿੱਦਾਂ ਸਿੱਖਾਂ ਦਾ ਸਕੰਜਾ ਕੱਸ ਰਹੀ ਆ, ਆਪਾਂ ਨੂੰ ਐਕਸਟ੍ਰੀਮਿਸਟ ਵਗੈਰਾ ਉਸ ਕੈਟਾਗਰੀ 'ਚ ਪਾ ਰਹੀ ਆ। ਇਹਦੇ ਲਈ ਬੈਟਰ ਇਹ ਹੈ ਕਿ ਆਪਣੀ ਸਾਰੀ ਕਮਿਊਨਿਟੀ ਰਲ ਮਿਲ ਕੇ ਇਸ ਮਸਲੇ ਦਾ ਹੱਲ ਲੱਭੇ, ਹੱਲ ਕਰੇ। ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ। ਖਾਸ ਕਰਕੇ ਗੁਰਦੁਆਰਾ ਕੌਂਸਲਾਂ ਨੂੰ, ਸਿੱਖ ਕੌਂਸਲਾਂ ਨੂੰ, FSO ਜਾਂ ਜਿਹੜੇ ਉਸ ਇਲਾਕੇ ਦੇ ਗੁਰਦੁਆਰੇ, ਖਾਸ ਕਰਕੇ ਜਿੱਦਾਂ ਗੁਰਦੁਆਰਾ ਸੌਥਾਰ ਹੋ ਗਿਆ, ਗੁਰਦੁਆਰਾ ਸਲੋਹ ਹੋ ਗਿਆ, ਗੁਰਦੁਆਰਾ ਹੰਸਲੋ ਜਾਂ ਹੋਰ ਜਿਹੜੇ ਨਜ਼ਦੀਕ ਗੁਰਦੁਆਰੇ ਆ ਕਰਕੇ ਉਸ ਇਲਾਕੇ ਦਾ ਮਸਲਾ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇਸ ਮਸਲੇ ਵਿੱਚ ਲੀਡ ਲੈ ਕੇ ਆਪਣੀ ਭੂਮਿਕਾ ਨਿਭਾਉਣ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ, ਇੱਥੇ ਇਕੱਲੇ ਮਿਡਲ ਲੈਣ ਵਾਲਿਆਂ ਦਾ ਨਹੀਂ ਹੈ। ਸੋ ਉਹਨਾਂ ਨੂੰ ਵੀ ਸਾਡੀ ਬੇਨਤੀ, ਅਸੀਂ ਉਹਨਾਂ ਨੂੰ ਵੈਸੇ ਆਪ ਡਾਇਰੈਕਟਲੀ ਵੀ ਅਪਰੋਚ ਕਰਕੇ ਬੇਨਤੀ ਕਰਾਂਗੇ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸੋ 3 ਜਣਿਆਂ ਤੇ ਕੇਸ ਹੈ। ਜੇ ਤਾਂ ਕੇਸ ਆਪਾਂ ਜਿੱਤ ਗਏ ਫਿਰ ਤਾਂ ਗਾਂ ਲਈ ਪ੍ਰੈਜ਼ੀਡੈਂਟ ਬਣ ਜਾਣਾ ਹੈ ਕਿ ਠੀਕ ਹੈ ਕੋਈ ਨਹੀਂ ਵੀ ਜਾ ਸਕਦਾ। ਜੇ ਆਪਾਂ ਇਹ ਕੇਸ ਹਾਰ ਗਏ ਫਿਰ ਆਪਣੇ ਲਈ ਬਹੁਤ ਔਖੀ ਸਟਰਗਲ ਹੋਣੀ ਹੈ, ਕਿਉਂਕਿ ਜੇ ਆਪਾਂ ਨੂੰ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸਵਾਲ ਠੀਕ ਨਹੀਂ ਹੋ ਰਹੀ ਜਾਂ ਜਿੱਥੇ ਵਕਤਾਂ ਦੀ ਪੂਜਾ ਹੋ ਰਹੀ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੈ ਜਾਂ ਪ੍ਰਕਾਸ਼ ਪਾਲਕੀ ਸਾਹਿਬ ਵਿੱਚ ਨਹੀਂ ਹੈ, ਟੇਬਲਾਂ ਤੇ ਹਨ,
ਤਾਂ ਫਿਰ ਜਿਹੜੇ ਵੀ ਸਿੱਖ ਨੂੰ ਪਤਾ ਉਹਦੇ ਮਨ ਨੂੰ ਠੇਸ ਪਹੁੰਚਣੀ ਆ, ਇਹਦੇ ਨਾਲ ਆਪਸੀ ਭਾਈਚਾਰਿਆਂ ਦਾ ਟਕਰਾਅ ਹੋਣ ਦਾ ਡਰ ਆ। ਸੋ ਆਪਾਂ ਚਾਹੁੰਦੇ ਆ ਆਪਣੀ ਸਿਆਣੀ ਸੁਚੱਜੀ ਲੀਡਰਸ਼ਿਪ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਆ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈਣ। ਜਾਣੀ ਸਟੇਜਾਂ ਤੋਂ ਮਤੇ ਪਾਸ ਕਰਕੇ ਮਸਲਾ ਇਹ ਰਹਿਣ ਦੇਣ ਵਾਲਾ ਨਹੀਂ ਹੈ, ਇਹਦੇ ਲਈ ਸਾਰਿਆਂ ਨੂੰ ਇਨਵੋਲਵ ਹੋਣ ਦੀ ਲੋੜ ਹੈ। ਇਹਦੇ ਵਿੱਚ 3 ਵਿਅਕਤੀ ਇਨਵੋਲਵ ਹਨ, ਉਹਨਾਂ 'ਚੋਂ ਇੱਕ FSO ਦਾ ਮੈਂਬਰ ਵੀ ਹੈ ਜਿਹੜਾ ਕਿ FSO ਨੇ ਭੇਜਿਆ ਐਜ਼ ਏ ਅਬਜ਼ਰਵਰ, ਤਾਂ ਇੱਕ ਹੋਰ ਸੰਸਥਾ ਨੇ ਵੀ ਭੇਜਿਆ, ਇੱਕ ਇੰਗਲੈਂਡ ਦੀ ਹੋਰ ਵੱਡੀ ਸੰਸਥਾ ਉਹਨਾਂ ਨੇ ਵੀ ਭੇਜਿਆ। ਸੋ ਜਿਹੜੇ ਇਹਨਾਂ ਤਿੰਨਾਂ ਤੇ ਜਾਣੀ 3 ਵਿਅਕਤੀਆਂ ਤੇ ਕੇਸ ਹੈ, ਤੇ ਮੈਂ ਇਹ ਬੇਨਤੀ ਕਰਦਾ ਵੀ ਜਿਹੜੇ ਉਹ 'ਚ ਵਿਅਕਤੀ ਆ ਇਹ ਮਹੱਤਵਪੂਰਨ ਨਹੀਂ ਆ ਉਹ ਕੌਣ ਹਨ ਜਾਂ ਉਹ ਚੰਗੇ ਹਨ ਜਾਂ ਮਾੜੇ ਹਨ। ਮਸਲਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਰੱਖਣ ਲਈ ਮਸਲਾ ਆ। ਆਪਾਂ ਕਿਸੇ ਸਿੱਖ ਦੇ ਵਰ ਖਿਲਾਫ ਜਾ ਕੇ ਸੋਚ ਸਕਦੇ ਹਾਂ, ਕਿਸੇ ਨੂੰ ਪਸੰਦ ਜਾਂ ਨਾ ਪਸੰਦ ਕਰ ਸਕਦੇ ਹਾਂ, ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੁੰਦਾ ਉੱਥੇ ਆਪਾਂ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਐਨ ਨਿਰਪੱਖ ਹੋ ਕੇ ਨਿਭਾਉਣ ਦੀ ਲੋੜ ਆ। ਸੋ ਹੁਣ ਮੈਂ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ, ਤੁਸੀਂ ਸਾਡੇ ਤੋਂ ਕੋਈ ਸਵਾਲ ਪੁੱਛਣਾ ਪੁੱਛ ਲਓ। ਇਹਦੇ ਜਿਹੜੀ ਮੁੱਖ ਕਾਰਨ ਅੱਜ ਦੀ ਪ੍ਰੈਸ ਕਾਨਫਰੰਸ ਦਾ ਇਹ ਹੈ। ਤਾਂ ਦੁਬਾਰਾ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ, ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਨ ਆਏ। ਮੈਂ ਬੇਨਤੀ ਕਰਾਂਗਾ ਨੌਜਵਾਨਾਂ ਨੂੰ ਕਿ ਪਿੱਛੇ ਉਹ ਜਿਹੜੀ ਕੁਛ ਦਿਖਾ ਰਹੇ ਹੈ ਸੋਸ਼ਲ ਮੀਡੀਆ ਤੋਂ ਆਲਰੇਡੀ ਹੈ, ਆਪਣੇ ਕੋਲ ਇਸ ਕੁਛ ਨਹੀਂ ਪਾ ਰਹੇ, ਇਸ ਆਲਰੇਡੀ ਔਨ ਸੋਸ਼ਲ ਮੀਡੀਆ। ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈ, ਪਰ ਫਿਰ ਵੀ ਜੇ ਟੈਲੀਵਿਜ਼ਨ ਵਾਲਿਆਂ ਨੂੰ ਲੱਗੇ ਕੋਈ ਉਹਨਾਂ ਦੇ ਖਿਲਾਫ ਗੱਲ ਜਾਂਦੀ ਹੋਵੇ ਤਾਂ ਤੁਸੀਂ ਪਲੀਜ਼ ਆਪ ਐਡਜਸਟਮੈਂਟ ਕਰ ਲੈਣੀ। ਇਹ ਕਰਕੇ ਤੁਹਾਨੂੰ ਕਾਨੂੰਨਾਂ ਦਾ ਇੱਥੇ ਦਾ ਪਤਾ ਜ਼ਿਆਦਾ ਸਾਡੇ ਨਾਲੋਂ, ਸੋ ਤੁਸੀਂ ਇਹ ਜ਼ਿੰਮੇਵਾਰੀ ਆਪ ਪਲੀਜ਼ ਲੈ ਲੈਣੀ। ਤੇ ਹੁਣ ਮੈਂ ਬੇਨਤੀ ਕਰਾਂਗਾ ਭਾਈ ਲੁਸ਼ਿੰਦਰ ਸਿੰਘ ਨੂੰ, ਕੁਲਦੀਪ ਸਿੰਘ ਨੂੰ ਤੇ ਕੁਲਦੀਪ ਸਿੰਘ ਨੂੰ, ਜਿਨ੍ਹਾਂ ਨੂੰ ਸਾਨੂੰ ਕਿਉਂਕਿ ਅਸੀਂ ਮੁੜ ਤੋਂ ਇਸ ਕੇਸ ਦੇ ਵਿੱਚ ਇਨਵੋਲਵ ਨਹੀਂ ਸੀ, ਸਾਨੂੰ ਸ਼ਾਇਦ ਪੂਰੀ ਜਾਣਕਾਰੀ ਨਾ ਹੋਵੇ, ਪਰ ਫਿਰ ਵੀ ਜਿੰਨੀ ਸਾਨੂੰ ਜਾਣਕਾਰੀ ਹੈਗੀ ਉਸ ਦੇ ਆਧਾਰ ਤੇ ਸਾਡਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਸਿਰਫ ਸਾਰੀ ਸਿੱਖ ਸੰਗਤ ਯੂਕੇ ਨੂੰ ਸੁਚੇਤ ਕਰਨਾ ਆ ਤੇ ਇਹਦਾ ਕੋਈ ਹੱਲ ਬਣਾਇਆ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਕਾਰ ਹਰੇਕ ਸਿੱਖ ਵਾਸਤੇ ਉਸ ਦੇ ਪ੍ਰਾਣਾਂ ਤੋਂ ਜ਼ਿਆਦਾ ਜ਼ਰੂਰੀ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਦੀ ਧਰਤੀ ਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਪਮਾਨ ਕੀਤਾ ਗਿਆ ਸੀ ਇੱਕ ਫਿਰਕੇ ਵੱਲੋਂ, ਅਤੇ 13 ਅਪ੍ਰੈਲ 1978 ਨੂੰ ਸਾਕਾ ਵਾਪਰਿਆ ਔਰ ਉਸ ਤੋਂ ਬਾਅਦ ਇਹ ਕੰਮ ਵੱਧਦਾ ਗਿਆ ਤੇ ਸਿੱਖ ਸੰਘਰਸ਼ ਦੀ ਆਰੰਭਤਾ ਹੋਈ ਤੇ ਅੱਜ ਤੱਕ ਆਪਣੇ ਹਜ਼ਾਰਾਂ ਭਰਾ ਸ਼ਹੀਦ ਹੋ ਚੁੱਕੇ ਹਨ ਪੰਜਾਬ ਦੀ ਧਰਤੀ ਤੇ ਸਰਕਾਰ ਦੇ ਜੋ ਉੱਥੇ ਫੋਰਸਾਂ ਹਨ, ਪੁਲਿਸ ਵਾਲੇ ਹਨ, ਉਹਨਾਂ ਵੱਲੋਂ। ਸੋ ਇਸ ਕਰਕੇ ਆਪਾਂ ਨੂੰ ਉਹਨਾਂ ਤੋਂ ਸੇਧ ਲੈਂਦੇ ਹੋਏ ਇਹ ਗੱਲ ਜ਼ਰੂਰੀ ਬਣਾਉਣ ਦੀ ਲੋੜ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਸਭ ਤੋਂ ਉੱਤਮ ਰੱਖਣਾ। ਇਹ ਕੁਰਸੀ ਤੇ ਬਹਿ ਕੇ ਜਾਂ ਟੇਬਲ ਤੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਤੋਂ ਪਾਠ ਨਹੀਂ ਕੀਤਾ ਜਾ ਸਕਦਾ, ਬਕਾਇਦਾ ਮਰਿਆਦਾ ਦੇ ਨਾਲ ਕੀਤਾ ਜਾ ਸਕਦਾ। ਸੋ ਇਸ ਕਰਕੇ ਆਪਾਂ ਨੂੰ ਹਰੇਕ ਗੱਲ ਨੂੰ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਅਤੇ ਆਪਣੀ ਧੜੀਬੰਦੀ ਤੋਂ ਉੱਪਰ ਉੱਠ ਕੇ ਇੱਕ ਕੌਮੀ ਤੌਰ ਤੇ ਸੋਚਣ ਦੀ ਲੋੜ ਆ। ਤੇ ਜਿਹੜੇ ਵੀ ਆਪਣੇ ਨੌਜਵਾਨ ਯਤਨ ਕਰਦੇ ਹਨ ਇਸ ਸਤਿਕਾਰ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਬਾਕੀ ਸਿੰਘਾਂ ਨੇ ਦੱਸ ਹੀ ਦਿੱਤਾ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਜੋ ਗੱਲ ਹੈ ਸਾਰੇ ਸਿੱਖਾਂ ਲਈ ਬਰਾਬਰ ਹੈ। ਇਹ ਮਸਲਾ ਕਿਸੇ ਜਥੇਬੰਦੀ ਦਾ ਜਾਂ ਵਿਅਕਤੀ ਨਾਲ ਜੁੜਿਆ ਨਹੀਂ ਹੈ। ਇੱਥੇ ਇਹ ਵੀ ਸਪਸ਼ਟ ਕਰਨਾ ਜ਼ਰੂਰੀ ਹੈ ਵੀ ਸਿੱਖ ਸੰਸਥਾਵਾਂ ਤੋਂ ਬਿਨਾਂ ਗੈਰ ਸਿੱਖ ਸੰਸਥਾ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖਣ ਦਾ ਅਧਿਕਾਰ ਨਹੀਂ ਚਾਹੀਦਾ। ਉਹਨਾਂ ਨੂੰ ਸੇਵਾ ਸੰਭਾਲ ਦਾ ਨਹੀਂ ਪਤਾ, ਜਿਵੇਂ ਸਿੱਖ ਕੌਮ ਆਪਣੇ ਗ੍ਰੰਥਾਂ ਦੀ ਸੇਵਾ ਸੰਭਾਲ ਗੁਰੂ ਸਾਹਿਬ ਦੀ ਕਰਦੀ ਆ। ਆਮ ਬਾਕੀ ਧਰਮ ਜਿਹੜੇ ਆ ਸਾਰੇ ਸਤਿਕਾਰਯੋਗ ਆ, ਲੇਕਿਨ ਉਹ ਆਪਣੇ ਧਾਰਮਿਕ ਗ੍ਰੰਥਾਂ ਨੂੰ ਇੱਕ ਪੁਸਤਕ ਵਜੋਂ ਹੀ ਤਕਰੀਬਨ ਦੇਖਦੇ ਆ ਤੇ ਉਹਨੂੰ ਇੱਕ ਪੁਸਤਕ ਵਜੋਂ ਪੜ੍ਹਦੇ ਆ ਤੇ ਆਪਣੇ ਵਾਂਗੂ ਹਰ ਦਿਨ ਜਿੱਦਾਂ ਆਪਾਂ ਪ੍ਰਕਾਸ਼ ਕਰਕੇ ਪੂਰਾ ਦਿਨ ਗ੍ਰੰਥੀਆਂ ਦੀਆਂ ਸੇਵਾਵਾਂ ਲੈਂਦੇ ਆ ਤੇ ਮੱਥਾ ਟੇਕਦੇ ਆ ਕੇ ਸਵੇਰੇ ਸ਼ਾਮ ਤੱਕ। ਇਸ ਤਰ੍ਹਾਂ ਕਿਸੇ ਵੀ ਗ੍ਰੰਥ ਦੀ ਪੂਜਾ ਹੋਰ ਕਿਸੇ ਧਰਮ 'ਚ ਨਹੀਂ ਹੁੰਦੀ। ਸੋ ਇਹਦੀ ਜਿਹੜੀ ਸੇਵਾ ਸੰਭਾਲ ਆ ਜਾਂ ਜਿਹੜੀ ਮਰਿਆਦਾ ਆ ਸਿੱਖ ਕੌਮ ਦੇ ਮੁਤਾਬਕ ਹੀ ਚਾਹੀਦੀ ਆ, ਜਿਹੜੀ ਕਿ ਗੈਰ ਸਿੱਖ ਸੰਸਥਾਵਾਂ 'ਚ ਨਹੀਂ ਹੋ ਸਕਦੀ। ਤੇ ਗੈਰ ਸਿੱਖ ਸੰਸਥਾਵਾਂ ਨੂੰ
ਇਹਦੇ ਪ੍ਰਕਾਸ਼ ਜਾਂ ਰੱਖਣ ਦਾ ਅਧਿਕਾਰ ਨਹੀਂ ਚਾਹੀਦਾ। ਅਗਰ ਕਿਸੇ ਨੇ ਮੱਥਾ ਟੇਕਣਾ ਜਾਂ ਕੋਈ ਸਟੱਡੀ ਕਰਨੀ ਹੈ ਜਾਂ ਕੋਈ ਸਿੱਖਿਆ ਲੈਣੀ ਆ, ਉਹਨੂੰ ਗੁਰੂ ਘਰ ਵਿੱਚ ਵੀ ਆਉਣਾ ਚਾਹੀਦਾ। ਸੋ ਇਹ ਬਹੁਤ ਜ਼ਰੂਰੀ ਗੱਲਾਂ ਹੈ ਜਿਹੜੀਆਂ ਆਪਾਂ ਨੂੰ ਅੱਜ ਪ੍ਰਚਾਰਨ ਦੀ ਲੋੜ ਆ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਸਿਰਫ ਗੁਰੂ ਘਰ 'ਚ ਹੋਣਾ ਚਾਹੀਦਾ, ਕਿਸੇ ਗੈਰ ਸਿੱਖ ਸੰਸਥਾ ਵਿੱਚ ਇਹਦਾ ਨਹੀਂ ਹੋਣਾ ਚਾਹੀਦਾ। ਜਿੱਥੋਂ ਤੱਕ ਜਿਹੜੇ ਸਿੰਘਾਂ ਤੇ ਕੇਸ ਆ, ਉਹਨਾਂ ਸਿੰਘਾਂ ਨੂੰ ਸੰਸਥਾਵਾਂ ਨੇ ਜਿਹੜਾ ਜਾਣ ਲਈ ਭੇਜਿਆ ਸੀ ਉੱਥੇ, ਉਹਦੇ ਵਿੱਚ FSO ਨੂੰ ਵੀ, ਦਾਸ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਅਸੀਂ ਭਾਈ ਤਰਸੇਮ ਸਿੰਘ ਦਿਓਲ ਨੂੰ ਭੇਜਿਆ ਸੀ ਐਜ਼ ਅਬਜ਼ਰਵਰ। ਸਾਡੀ ਜ਼ਿੰਮੇਵਾਰੀ ਆ, ਅਸੀਂ ਉਹਦੇ ਨਾਲ ਖੜੇ ਆ। ਉਹ ਆਪਣੀ ਮਰਜ਼ੀ ਨਾਲ ਨਹੀਂ ਸਾਡੇ ਵੱਲੋਂ ਗਿਆ ਆ, ਤੇ ਜੋ ਵੀ ਸਾਨੂੰ ਉਹਦੇ ਕਿਸ ਲਈ ਕਰਨਾ ਪਿਆ ਅਸੀਂ ਉਹਦੇ ਨਾਲ ਜ਼ਰੂਰ ਕਰਾਂਗੇ। ਸੋ ਆਪਾਂ ਸਾਰਿਆਂ ਨੂੰ ਚਾਹੀਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਗੈਰ ਸਿੱਖ ਸੰਸਥਾਵਾਂ ਤੋਂ ਆਪਣੇ ਸਰੂਪ ਵਾਪਸ ਲੈ ਕੇ ਆਈਏ, ਤਾਂ ਉਹਨਾਂ ਨੂੰ ਗੁਰੂ ਘਰਾਂ ਵਿੱਚ ਸ਼ੋਭਿਤ ਕਰੀਏ ਅਤੇ ਮਹਾਰਾਜ ਦਾ ਸਤਿਕਾਰ ਕਾਇਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੀਡੀਆ ਵਾਲੇ ਕੁਲਦੀਪ ਸਿੰਘ ਤੋਂ ਬਾਅਦ ਜਿਹੜਾ ਸਵਾਲ ਪੁੱਛਣਾ ਚਾਹੁੰਦੇ ਪੁੱਛ ਲੈਣ। ਮੇਰੀ ਇੱਕ ਬੇਨਤੀ ਹੈ ਕਿ ਸਾਡਾ ਕਿਸੇ ਕਮਿਊਨਿਟੀ ਨਾਲ ਟਕਰਾਅ ਨਹੀਂ, ਨਾ ਕਿਸੇ ਕਮਿਊਨਿਟੀ ਦੇ ਵਿਰੁੱਧ ਪ੍ਰੋਪੋਗੰਡਾ ਕਰਨ ਦਾ ਸਾਡੀ ਮਨਸ਼ਾ ਹੈ। ਅਸੀਂ ਜਿਹੜੀ ਗੱਲ ਕਰਦੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਕਰਦੇ ਹਾਂ। ਤੇ ਇਹਦੇ ਲਈ ਇੰਗਲੈਂਡ ਦੇ ਵਿੱਚ ਹਰ ਸਾਲ ਬਾਰ-ਬਾਰ ਇਹ ਮਸਲਾ ਹੋ ਰਿਹਾ, ਇੰਡੀਆ 'ਚ ਤਕਰੀਬਨ ਹਰ ਰੋਜ਼ ਹੁਣ ਹੋ ਰਿਹਾ। ਜੇ ਇੱਥੇ ਗੁਰਦੁਆਰੇ ਇਕੱਠੇ ਹੋ ਕੇ ਆਪਾਂ ਠੱਲ ਨਾ ਪਾ ਸਕੇ, ਫਿਰ ਬਹੁਤ ਆਪਣੇ ਜਿਹੜੇ ਨੌਜਵਾਨ ਆ ਉਹਨਾਂ ਲਈ ਮੁਸ਼ਕਲ ਆਵੇਗੀ। ਸੋ ਕਿਉਂਕਿ ਨੌਜਵਾਨਾਂ ਦਾ ਖੂਨ ਗਰਮ ਹੁੰਦਾ, ਉਹ ਫਿਰ ਜਾ ਕੇ ਪ੍ਰੋਟੈਸਟ ਵਗੈਰਾ ਕਰਦੇ ਆ, ਕਿ ਸਾਰਿਆਂ ਦਾ ਫਿਊਚਰ ਵੀ ਖਰਾਬ ਹੁੰਦਾ। ਇਹਨੂੰ ਜਿਹੜੀ ਸਿਆਣੀ ਗੁਰਦੁਆਰੇ ਪ੍ਰਬੰਧਕ ਆ, ਸਿਆਣੀ ਪੰਥਕ ਲੀਡਰਸ਼ਿਪ ਆ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹਨੂੰ ਗੰਭੀਰਤਾ ਦੇ ਨਾਲ ਲੈ ਕੇ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਜਿਹੜਾ ਮਸਲਾ ਆ ਹਮੇਸ਼ਾ ਲਈ ਨਜਿੱਠ ਲਿਆ ਜਾਵੇ। ਇਹਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਚਿੱਠੀ ਵੀ ਬਣਾ ਰਹੇ ਹਾਂ, ਜਿਹੜੇ ਗੁਰਦੁਆਰਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਉਹ ਇੱਥੇ ਦੀ ਸਰਕਾਰ ਨੂੰ ਜਾਂ ਜਿਹੜੇ ਮਹਿਕਮੇ ਨੂੰ ਭੇਜਣ ਦੀ ਲੋੜ ਹੋਵੇ ਉਹ ਵੀ ਭੇਜਾਂਗੇ, ਤਾਂ ਜੋ ਸਮੁੱਚੇ ਇੰਗਲੈਂਡ ਦੇ ਸਿੱਖਾਂ ਦਾ ਜਿਹੜੀ ਆਵਾਜ਼ ਹੈ ਸਰਕਾਰ ਤੱਕ ਪਹੁੰਚ ਸਕੇ। ਭਾਈ ਕੁਲਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, 2019 ਦੇ ਵਿੱਚ ਵੀ ਸਿੰਘ ਆਪਣੇ ਇਸੇ ਤਰ੍ਹਾਂ ਬੇਅਦਬੀ ਦਾ ਕਰਕੇ ਉੱਥੇ ਗਏ ਸੀ ਵੀ ਹਮਾਰੇ ਸਰੂਪ ਪਤਾ ਲੱਗਾ ਸੀਗਾ, 8 ਸਰੂਪ ਉਦੋਂ ਵੀ ਲੈ ਕੇ ਆਏ ਸੀਗੇ। ਉਹਨਾਂ ਨੂੰ ਵਾਰ-ਵਾਰ ਬੇਨਤੀਆਂ ਕੀਤੀਆਂ, ਪਹਿਲਾਂ ਵੀ ਲੈਟਰ ਪੈਡ 'ਤੇ ਉਹਨਾਂ ਨੂੰ ਚਿੱਠੀ ਜਾਂਦੀ ਹੈ ਕਿ ਭਾਈ ਸਾਹਿਬ ਤੁਹਾਡੀ ਜਿਹੜੀ ਆ ਸੇਵਾ ਸੰਭਾਲ ਜਿਹੜੀ ਸਹੀ ਨਹੀਂ ਹੋ ਰਹੀ, ਤੁਸੀਂ ਚੰਗੀ ਤਰ੍ਹਾਂ ਕਰੋ, ਅਸੀਂ ਤੁਹਾਡੇ ਨਾਲ ਆ, ਜਿੱਦਾਂ ਗੁਰੂ ਘਰਾਂ ਦੇ ਵਿੱਚ ਹੁੰਦੀ ਇੱਦਾਂ ਕਰੋ, ਇੱਦਾਂ ਖਰਾ ਹਾਲ ਬਣਾਓ, ਇੱਦਾਂ ਮਰਿਆਦਾ ਵਿੱਚ ਆ ਕੇ ਤੁਸੀਂ ਕਰੋ, ਗੁਰੂ ਦੀ ਸੇਵਾ ਤੁਸੀਂ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਪਰ ਉਹ ਉੱਦਾਂ ਹੀ ਚੱਲਦਾ ਰਿਹਾ। ਉੱਥੇ ਤੁਸੀਂ ਵੇਖੋਗੇ ਸਕਰੀਨ ਦੇ ਪਿੱਛੇ ਸ਼ਾਇਦ ਸਿੰਘ ਲਾਉਣਗੇ, ਉਸੇ ਹਾਲ ਦੇ ਵਿੱਚ ਨਾਚ ਗਾਣਾ ਵੀ ਹੁੰਦਾ, ਮੂਰਤੀਆਂ ਟੰਗੀਆਂ ਹੋਈਆਂ, ਪਿੱਛੇ ਪੂਰਾ ਜਾਲ ਵਿਛਿਆ ਹੋਇਆ ਉਹਨਾਂ ਦੀ ਮੂਰਤੀਆਂ ਦਾ। ਸਾਨੂੰ ਅਸੀਂ ਰਿਸਪੈਕਟ ਕਰਦੇ ਹਾਂ, ਹਰ ਧਰਮ ਦਾ ਆਦਰ ਮਾਣ ਕਰਦੇ ਹਾਂ, ਪਰ ਸਿੱਖਾਂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਰਹਿਤ ਮਰਿਆਦਾ ਕੁਛ ਲਹਿਦਾ, ਜਿੱਥੇ ਭਾਵੇਂ ਕੋਈ ਗੁਰਦੁਆਰਾ ਵੀ ਹੋਵੇ ਉੱਥੇ ਵੀ ਸਿੰਘ ਦੇਖਦੇ ਆ ਕਿ ਇੱਥੇ ਵੀ ਸਹੀ ਚੱਲ ਰਿਹਾ। ਇਹ ਮੰਦਿਰ ਦਾ ਜ਼ਰੂਰੀ ਨਹੀਂ ਹੈਗਾ ਕਿ ਮੰਦਿਰ 'ਚ ਜਾ ਕੇ ਅਸੀਂ ਵੇਖਦੇ ਹਾਂ ਵੀ ਹਰ ਥਾਂ ਸਾਡਾ ਗੁਰੂ ਜਿਹੜਾ ਜਿਉਂਦਾ ਜਾਗਦਾ ਅਸੀਂ ਮੰਨਦੇ ਹਾਂ ਤੇ ਹੈਗਾ ਵੀ ਆ। ਜੇਕਰ ਕਿਤੇ ਵੀ ਰਹਿਤ ਮਰਿਆਦਾ ਵਿੱਚ ਨਹੀਂ ਹੁੰਦਾ ਤਾਂ ਅਸੀਂ ਉੱਥੇ ਨਹੀਂ ਰਹਿਣ ਦੇਣਾ ਚਾਹੁੰਦੇ। ਇਹਨਾਂ ਨੂੰ 2019 ਤੋਂ ਬਾਅਦ ਕਈ ਲੈਟਰ ਕੱਢੇ ਪਰ ਇਹਨਾਂ ਨੇ ਗੱਲ ਨਹੀਂ ਮੰਨੀ। ਹੁਣ ਜਦੋਂ ਸਿੰਘ ਗਏ ਇਹਨਾਂ ਨੇ ਸਿੱਖ ਕੌਂਸਲ UK ਨੂੰ ਦੱਸਿਆ, SFO ਨੂੰ ਪਤਾ, ਸਾਰੇ ਸਿੰਘ ਗਏ ਆ ਉੱਥੇ। ਜਦੋਂ ਗਏ ਬੜੇ ਪਿਆਰ ਦੇ ਨਾਲ ਅੰਦਰ ਵੜੇ ਆ, ਮਹਾਰਾਜ ਸਰੂਪ ਲੈ ਕੇ ਆਏ ਆ। ਉਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਕੀਤੀ, ਪੁਲਿਸ ਆਈ, ਪੁਲਿਸ ਨੇ ਦੇਖਿਆ ਵੀ ਕੋਈ ਸ਼ਾਂਤੀ ਨਾਲ ਸਭ ਕੁਝ ਚੱਲਣ ਡਿਆ। ਪੁਲਿਸ ਬਾਹਰ ਖੜੀ ਰਹੀ, ਕਹਿੰਦੀ ਕੋਈ ਤੁਸੀਂ ਆਪਣਾ ਕਰ ਰਹੇ ਸਹੀ ਕਰ ਰਹੇ ਹੋ, ਲੈ ਜਾਓ ਕੋਈ ਗੱਲ ਨਹੀਂ। ਫਿਰ ਸਾਈਨ ਦਿੱਤੇ, ਸਾਈਨ ਕਰਕੇ ਭੈਣ ਜੀ ਬਲਿੰਦਰ ਕੌਰ, ਭਾਈ ਤਰਸੇਮ ਸਿੰਘ ਤੇ ਭਾਈ ਮਨਵੀਰ ਸਿੰਘ, ਇਹ ਸਾਰਿਆਂ ਨੇ ਸਾਈਨ ਕਰਕੇ ਉਹਨਾਂ ਨੂੰ ਦਿੱਤੇ ਆ। ਬੜੇ ਪਿਆਰ ਸਤਿਕਾਰ ਦੇ ਨਾਲ, ਕੋਈ ਹੁੱਲੜਬਾਜ਼ੀ ਨਹੀਂ, ਕੋਈ ਕਿਸੇ ਨੇ ਉਹਨਾਂ ਨੂੰ ਸ਼ਸਤਰ ਨਹੀਂ ਦਿਖਾਇਆ, ਕਿਸੇ ਨੇ ਕੁਛ ਨਹੀਂ ਕੀਤਾ। ਹੁਣ ਜੋ ਪਤਾ ਲੱਗਾ ਕਿ ਉਹਨਾਂ ਨੇ ਅਦਾਲਤ 'ਚ ਕੇਸ ਕੀਤਾ ਕਿ ਇਹਨਾਂ ਨੇ ਤਲਵਾਰਾਂ ਦਿਖਾਈਆਂ, ਆਹ ਦਿਖਾਇਆ, ਜੋ ਦਿਖਾਇਆ, ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਬੜੇ ਪਿਆਰ ਸਤਿਕਾਰ ਦੇ ਨਾਲ ਹਮਾਰੇ ਸਰੂਪ ਲੈ ਕੇ ਆਏ ਆ। ਹੁਣ ਸਾਨੂੰ ਫਿਰ ਪਤਾ ਲੱਗਾ ਕਿ ਉਹਨਾਂ ਨੇ ਫਿਰ ਕਿਸੇ ਕੋਲੋਂ ਜਾਂ ਕੋਈ ਸੰਸਥਾ ਦੇ ਕੋਲੋਂ ਜਾਂ ਕਿਸੇ ਪੱਧਰ ਪੁਰਸ਼ ਨੇ, ਕਿਉਂਕਿ
ਇਹ ਪ੍ਰੋਬਲਮ ਤਾਂ ਵਧ ਰਹੀ ਆ ਕਿ ਆਪਣੇ ਹੀ ਲੋਕ ਉਹਨਾਂ ਦੀ ਉਸਤਤਨਾਈ ਕਰ ਰਹੇ ਆ, ਜਿਹੜਾ ਕਿ ਸਿੱਖ ਪੰਥ ਦੀ ਇਹ ਦਸਤਾਰਾਂ ਦੇ ਵਿੱਚ ਉਹਨਾਂ ਨੇ ਸਿਰਫਸਾਈ ਕਰ ਲਓ, ਜਿਹੜੇ ਬਾਰ-ਬਾਰ ਟਾਰਗੇਟ ਕਰ ਰਹੇ ਆਪਣੇ ਸਿੰਘਾਂ ਨੂੰ। ਇਹ ਕੌਣ ਹੁੰਦੀ ਆ 200 ਬੰਦਾ ਜਾ ਕੇ ਹੁੱਲੜਬਾਰੀ ਕਰ ਕੇ ਉੱਥੋਂ ਸਰੂਪ ਲੈ ਕੇ ਆਏ ਆ। ਅਜੇ ਕਿ ਇਹੋ ਜਿਹੀ ਗੱਲ ਕੋਈ ਨਹੀਂ, ਕਿਸੇ ਨੇ ਕੋਈ ਹੁੱਲੜਬਾਜ਼ੀ ਨਹੀਂ ਕੀਤੀ। ਉਹਨਾਂ ਨੂੰ ਬਾਰ-ਬਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਉਹ ਜਿਹੜੀ ਉਹਨਾਂ ਦੀ ਹਿੰਦੂ ਰੀਤੀ ਵਾਲੀ ਮਰਿਆਦਾ ਉਹ ਨਹੀਂ ਛੱਡੀ। ਉੱਥੇ ਹੀ ਉਸੇ ਹਾਲ ਦੇ ਵਿੱਚ ਨਾਚ ਗਾਣੇ ਹੁੰਦੇ ਆ, ਤੇ ਉਸ ਤੁਸੀਂ ਦੇਖ ਸਕਦੇ ਹੋ ਟੇਬਲ ਤੇ ਬਹਿ ਕੇ ਬੀਬੀ ਜਿੱਦਾਂ ਕਰ ਰਹੀ ਆ, ਟੇਬਲ ਤੇ ਪ੍ਰਕਾਸ਼ ਕਰ ਲੈਂਦੇ ਆ, ਉੱਥੇ ਹੀ ਬੀਬੀ ਕੁਰਸੀ ਲਾ ਕੇ ਪਿੱਛੇ ਮਹਾਰਾਜ ਦਾ ਪਾਠ ਕਰਦੀ ਆ, ਤੇ ਉਹ ਲਾਗੇ ਜਿਹੜੇ ਬੈਠੇ ਉਹ ਵੀ ਸੋਫਿਆਂ ਤੇ ਬੈਠੇ ਆ, ਕੁਰਸੀਆਂ ਤੇ ਬੈਠੇ ਆ, ਜਿੱਦਾਂ ਆਪਾਂ ਬੈਠੇ ਆ ਇਦਾਂ ਬਹਿ ਕੇ ਕਰਦੇ ਆ। ਹੁਣ ਤੁਸੀਂ ਦੱਸੋ ਇਹ ਮਰਿਆਦਾ ਹੈ? ਜਿਹੜੇ ਮੇਰੇ ਵੀਰ ਇਸ ਕਰਕੇ ਨਹੀਂ ਬੋਲਦੇ ਕਿ ਸ਼ਾਇਦ ਕਿਸੇ ਸੰਸਥਾ ਦੇ ਨਾਲ ਕਿਸੇ ਦੇ ਵਿਚਾਰ ਨਹੀਂ ਰਲਦੇ, ਪਰ ਇਹ ਗੱਲ ਗਲਤ ਹੈ। ਇਹ ਸਾਰੇ ਸਿੱਖਾਂ ਦਾ ਮਸਲਾ, ਇਹ ਗੁਰੂ ਗ੍ਰੰਥ ਸਾਹਿਬ ਦਾ ਮਸਲਾ। ਗੁਰੂ ਗ੍ਰੰਥ ਸਾਹਿਬ ਸਾਰੇ ਸਿੱਖਾਂ ਦਾ, ਸਾਰੇ ਸੰਸਾਰ ਦਾ। ਜਿਹਨੇ ਵੀ ਮਹਾਰਾਜ ਨੂੰ ਮੰਨਣਾ, ਜਿਹਨੇ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਨਾ, ਉਹਨੂੰ ਰਹਿਤ ਮਰਿਆਦਾ ਵਿੱਚ ਹੀ ਕਰਨਾ ਪੈਣਾ। ਜੇ ਨਹੀਂ ਕਰਨਾ ਤੇ ਉੱਥੇ ਮਹਾਰਾਜ ਨਹੀਂ ਰਹਿ ਸਕਦੇ। ਇਹ ਬੇਨਤੀ ਹੈ ਸਾਰੇ ਸਿੱਖਾਂ ਨੂੰ, ਸਾਰੀ ਜਥੇਬੰਦੀਆਂ ਨੂੰ ਕਿ ਰਲ ਕੇ ਮਸਲੇ ਦਾ ਹੱਲ ਕੱਢਿਆ ਜਾਵੇ। ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਇਹ ਕੇਸ ਜਿਊਰੀ ਦੇ ਕੋਲ ਜਾਣਾ। ਜਿਊਰੀ ਦੇ ਵਿੱਚ ਤੁਹਾਨੂੰ ਪਤਾ ਹੀ ਆ 12-13 ਬੰਦੇ ਬੈਠੇ ਹੁੰਦੇ ਆ, ਉਹ ਕਿੱਥੋਂ ਕਿੱਥੋਂ ਆਏ ਹੁੰਦੇ ਆ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਗੁਰੂ ਮਹਾਰਾਜ ਕੀ ਹਨ। ਉਹਨਾਂ ਨੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਕਰਨਾ। ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਕੇ ਇਹ ਮਸਲਾ ਉੱਥੇ ਤੱਕ ਨਾ ਜਾਵੇ, ਇਸ ਵਾਸਤੇ ਆਪਾਂ ਇੱਕ ਵਧੀਆ ਕਦਮ ਚੁੱਕੀਏ ਕਿ ਜਿਹਨੇ ਵੀ ਮਹਾਰਾਜ ਦਾ ਪ੍ਰਕਾਸ਼ ਕਰਨਾ, ਉਹਨੂੰ ਆਪਣੀ ਸਾਡੀ ਰਹਿਤ ਮਰਿਆਦਾ ਜਿਹੜੀ ਮਹਾਰਾਜ ਦੀ ਬਣਾਈ ਹੋਈ ਆ ਉੱਥੇ ਰਹਿ ਕੇ ਕਰਨਾ ਪੈਣਾ। ਇਹ ਬੇਨਤੀ ਹੈ ਜੀ। ਜੀ ਜਸਪਾਲ ਸਿੰਘ ਨੇ ਕੁਝ ਬੋਲਣਾ ਹੋਰ ਵੀ ਮੀਡੀਆ ਵਾਲਿਆਂ ਨੂੰ ਤੋਂ ਬਾਅਦ ਜਿਹੜੇ ਸਵਾਲ ਪੁੱਛਣੇ ਤੁਸੀਂ ਪੁੱਛ ਲਓ। ਪਿੱਛੇ ਖੜ ਕੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਇੱਕ ਬਹੁਤ ਗੰਭੀਰ ਮਸਲਾ। ਮੈਂ ਬਹੁਤ ਇਹ ਚੀਜ਼ ਦਾ ਧੰਨਵਾਦ ਕਰਦਾ ਹੈਗਾ FSO ਦਾ ਅਤੇ ਸਾਡੇ ਮੀਡੀਆ ਦਾ, ਕਿਉਂਕਿ ਇਹ ਜਿਹੜਾ ਇਸ਼ੂ ਹੈਗਾ ਭਾਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਬਹੁਤ ਹੀ ਪੁਰਾਣਾ ਇਸ਼ੂ ਆ। ਜਦ ਤੋਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਮਿਲੀ ਹੈਗੀ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਸਾਡੇ ਸਿੱਖ ਧਰਮ ਦੇ ਵਿਰੋਧੀ ਲੋਕ ਹੈਗੇ ਆ ਉਹ ਇਸ ਚੀਜ਼ ਨੂੰ ਉਛਾਲ ਰਹੇ ਹੈਗੇ ਆ। ਕਿਉਂਕਿ ਭਾਵੇਂ ਇਹ ਗੱਲ ਬਹੁਤ ਲੰਮੀ ਹੈਗੀ ਆ, ਪਰ ਹੁਣ ਮੈਂ ਰੀਸੈਂਟਲੀ ਦੀ ਗੱਲ ਕਰਦਾ। ਮਥੁਰਾ ਦੇ ਵਿੱਚ 300 ਜਿਹੜੇ RSS ਦੇ ਫਿਲਾਸਫਰ ਹੈਗੇ ਆ, ਜਿਹੜੇ ਹਿੰਦੂ ਧਰਮ ਦੇ ਫਿਲਾਸਫਰ ਆ, ਜਿਹੜੇ ਇੱਕ ਸਾਜ਼ਿਸ਼ ਦੇ ਥਰੂ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਹੇ ਹੈਗੇ ਆ, ਉਹਨਾਂ ਨੇ ਇਹ ਚੀਜ਼ ਨੂੰ ਮੰਨਿਆ ਹੈਗਾ। ਉਹ ਵੀਡੀਓ ਆਮ ਤੌਰ 'ਤੇ ਤੁਹਾਨੂੰ ਸ਼ਾਇਦ YouTube 'ਤੇ ਹੀ ਮਿਲ ਜਾਊਗੀ। ਵੀ ਉਹਨਾਂ ਨੇ ਕਿਹਾ ਹੈਗਾ ਵੀ ਜਿਹੜੀ ਸਿੱਖ ਧਰਮ ਦੀ ਫਿਲਾਸਫੀ ਹੈਗੀ ਆ, ਮੀਰੀ ਪੀਰੀ ਦਾ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਹਜ਼ੂਰ ਜ਼ਾਹਰ ਹਜ਼ੂਰ ਅਸੀਂ ਐਜ਼ ਏ ਹਿਊਮਨ ਗੁਰੂ ਮੰਨਦੇ ਹਾਂ, ਜਿਹੜੀ ਇੰਡੀਅਨ ਸੁਪਰੀਮ ਕੋਰਟ ਵੀ ਮੰਨ ਚੁੱਕੀ ਹੈਗੀ ਆ। ਅਸੀਂ ਇਸ ਚੀਜ਼ ਨੂੰ ਕਿੱਦਾਂ ਲੋਕਾਂ ਦੇ ਵਿੱਚ ਰਲਗੱਡ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਪੇਸ਼ ਕਰਨਾ ਹੈਗਾ। ਸੋ ਇਹ ਇੱਕ ਇੰਨਾ ਗੰਭੀਰ ਮਸਲਾ ਹੈਗਾ ਵੀ ਇਹਦੇ ਨਾਲ ਬਹੁਤ ਵੱਡੀ ਸਕੇਲ ਦੇ ਉੱਤੇ ਜਿਹੜੇ ਕਮਿਊਨਿਟੀਆਂ ਹੈਗੀਆਂ ਆ ਉਹ ਆਪਸ ਵਿੱਚ ਲੜ ਸਕਦੀਆਂ ਹੈਗੀਆਂ। ਅਸੀਂ ਲੋਕ ਸ਼ਾਂਤੀ ਪਸੰਦ ਲੋਕ ਹੈਗੇ ਆ। ਇੱਥੇ ਦੀ ਏਜੰਸੀਆਂ ਨੂੰ ਪਤਾ ਹੈਗਾ ਆ 2010 ਦੇ ਵਿੱਚ ਜਦੋਂ RSS ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਹੋਣੀ ਸ਼ੁਰੂ ਹੋਈ ਹੈਗੀ ਆ, ਉਹਨਾਂ ਦੀ ਏਜੰਸੀਆਂ ਨੇ ਇੱਥੇ ਆ ਕੇ ਵੀ ਉਹੀ ਕੰਮ ਕੀਤੇ ਹੈਗੇ ਆ। ਸਾਡੇ ਵਿੱਚ ਮੇਰੀ ਜਿਹੜੀ ਬੁੱਕ ਆਈ ਹੈਗਾ ਉਹਦੇ ਵਿੱਚ ਮੈਂ ਪੂਰਾ ਦਿੱਤਾ ਹੈਗਾ ਕਿਸ ਤਰੀਕੇ ਦੇ ਨਾਲ RSS ਸਾਡੇ ਸਿੱਖਾਂ ਦੇ ਵਿੱਚ, ਸਿੱਖ ਜਥੇਬੰਦੀਆਂ ਦੇ ਵਿੱਚ, ਸਿੱਖ ਪੋਲੀਟੀਸ਼ੀਅਨਾਂ ਦੇ ਵਿੱਚ ਉਹ ਇਨਵੋਲਵ ਹੋ ਚੁੱਕੀ ਆ। ਸੋ ਹੁਣ ਤੁਸੀਂ ਰੀਸੈਂਟਲੀ ਤੁਸੀਂ ਦੇਖਿਆ ਹੈਗਾ ਲੈਸਟਰ ਦੇ ਵਿੱਚ ਦੋ ਕਮਿਊਨਿਟੀਆਂ ਦੀ ਆਪਸ ਵਿੱਚ ਲੜਾਈ ਹੋਈ ਆ। ਉਹ ਏਜੰਸੀਆਂ ਨੂੰ ਪਤਾ ਇੱਥੇ UK ਦੀਆਂ ਨੂੰ ਬਈ ਉਹ ਜਿਹੜੀਆਂ ਏਜੰਸੀਆਂ ਹੈਗੀਆਂ ਉਹ RSS ਜਿਹੜੀਆਂ ਰਾਈਟ ਵਿੰਗਰ ਹੈਗੇ ਆ, ਉਹਨਾਂ ਨੇ ਇਸ ਦੇਸ਼ ਦੇ ਵਿੱਚ ਲੈ ਕੇ ਕਿੱਦਾਂ ਖੂਨ ਖਰਾਬਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਹੁਣ ਉਹ ਸਿੱਖਾਂ ਦੇ ਨਾਲ ਇਸ ਕਰਕੇ ਬਹੁਤ ਜ਼ਿਆਦਾ ਉਹ ਹੋ ਰਿਹਾ ਹੈਗਾ ਕਿ ਹਿੰਦੂ ਰਾਸ਼ਟਰ ਦੀ ਗੱਲ ਹੋ ਰਹੀ ਹੈਗੀ ਆ। ਸੋ ਇਹ ਜਿਹੜੀ ਮਸਲਾ ਹੈਗਾ ਇਕੱਲੇ ਨਾ ਤਾਂ FSO ਦਾ ਹੈਗਾ ਮਸਲਾ ਤੇ ਨਾ ਹੀ ਕਿਸੇ ਇਕੱਲੇ ਵਿਅਕਤੀ ਦਾ, ਸਮੁੱਚੇ ਤੌਰ ਤੇ ਸਿੱਖ ਕੌਮ ਦਾ ਮਸਲਾ ਹੈਗਾ। ਜਿੱਥੇ ਵੀ ਲੋਕਲ ਗੁਰਦੁਆਰਾ ਸਾਹਿਬਾਨ ਹੈਗੇ ਆ, ਖਾਸ ਤੌਰ ਤੇ ਲੰਡਨ ਦੇ ਵਿੱਚ, ਕਿਉਂਕਿ ਲੰਡਨ ਇੱਕ ਬਹੁਤ ਵਿਸ਼ਾਲ ਸਿਟੀ ਆ, ਉਹਦੇ ਵਿੱਚ ਹਰੇਕ ਤਰ੍ਹਾਂ ਦੇ ਲੋਕ ਹੈਗੇ ਆ ਤੇ ਸਾਡੇ ਵਿਰੋਧੀ ਵੀ ਆ, ਸਾਡੇ ਹਮਦਰਦ ਵੀ ਆ। ਪਰ ਸਾਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਰਹਿਤ ਮਰਿਆਦਾ ਹੈਗੀ ਆ ਉਸ ਤਰੀਕੇ ਨਾਲ ਹੀ ਜਿੱਦਾਂ ਸਾਨੂੰ ਹੁਕਮ ਹੈਗਾ ਪ੍ਰਕਾਸ਼ ਕਰਕੇ ਉਹਦੇ ਵਿੱਚ ਹਾਂ, ਜੇ ਕਿਸੇ ਨੌਨ ਸਿੱਖ ਨੇ, ਗੈਰ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਜਾ ਕੇ ਉਹਨਾਂ ਤੋਂ ਰਿਸਰਚ ਕਰਨੀ ਹੈਗੀ ਆ ਤਾਂ ਸੈਂਚੀਆਂ ਹੁੰਦੀਆਂ ਹੈਗੀਆਂ, ਸੈਂਚੀਆਂ ਤੋਂ ਪੜ੍ਹ ਸਕਦੇ ਆ, ਸੈਂਚੀਆਂ ਨੂੰ ਉਹਨਾਂ ਵਿੱਚੋਂ
ਉਹ ਜੋ ਵੀ ਉਹਨਾਂ ਦੀ ਫਿਲਾਸਫੀ ਲੈਣੀ ਚਾਹੁੰਦੇ ਸੀ ਕਿ ਉਹ ਕਰ ਸਕਦੇ ਹੈਗੇ। ਸੋ ਇਹ ਇੱਕ ਬਹੁਤ ਵਧੀਆ ਤੁਸੀਂ ਉਦਮ ਕਰ ਰਹੇ ਹੈਗੇ ਆ ਤੇ ਇਹ ਇੱਕ ਬਹੁਤ ਗੰਭੀਰ ਮਸਲਾ ਹੈਗਾ, ਸਾਨੂੰ ਇਹਦੇ ਉੱਤੇ ਬਹੁਤ ਸੁਚੇਤ ਹੋਣ ਦੀ ਲੋੜ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੇਰੇ ਕੋਲ ਅਕਾਲ ਤਖਤ ਦਾ ਹੁਕਮਨਾਮਾ ਇਹ 2001 ਚ ਦਸੰਬਰ ਦੀ 7 ਤਰੀਕ ਨੂੰ ਕੱਢਿਆ ਸੀ, ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਵੀ ਜਿੱਥੇ ਮੂਰਤੀਆਂ ਹੋਣ ਉੱਥੇ ਗੁਰੂ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਹ ਜੇ ਕਿਸੇ ਨੂੰ ਵੀ ਚਾਹੀਦਾ ਹੋਵੇ ਅਸੀਂ ਉਹਨਾਂ ਨੂੰ ਭੇਜ ਸਕਦੇ ਹਾਂ, ਆਪਣੇ ਕੋਲ ਰੱਖਣ ਦੀ ਲੋੜ ਆ। ਸੋ ਇਸ ਹੁਕਮਨਾਮੇ ਦੇ ਮੁਤਾਬਕ ਵੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਹੁਣ ਮੇਰੀ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੋ ਅੱਜ ਇਸ਼ੂ ਹੈਗਾ ਇੱਕ ਛੋਟਾ ਇਸ਼ੂ ਨਹੀਂ, ਬਹੁਤ ਵੱਡਾ ਇਸ਼ੂ ਹੈਗਾ ਇਹ, ਕਿਉਂਕਿ ਇਹ ਜਿਹੜਾ ਕੇਸ ਹੈ ABC ਜਿੱਥੇ ਮਰਜ਼ੀ ਰੱਖੋ, ਕੁਐਸਚਨ ਰਾਈਜ਼ ਹੁੰਦਾ ਵੀ ਕੀ ਇਹ ਕਿਤਾਬ ਆ, ਉਹਨਾਂ ਨੇ ਇੱਕ ਕਿਤਾਬ ਉਹਦੀ ਸਿੱਧ ਕਰਦੇ ਵੀ ਇੱਕ ਕਿਤਾਬ ਹੈਗਾ ਸਾਡਾ, ਇਹ ਲਿਵਿੰਗ ਗੁਰੂ ਆ। ਔਰ ਆਲਰੇਡੀ ਸੁਪਰੀਮ ਕੋਰਟ ਦੇ ਵਿੱਚ 3 ਹਿੰਦੂ ਜੱਜਾਂ ਨੇ ਭਾਰਤ ਦੇ ਵਿੱਚ ਇਹਦੇ ਤੇ ਡਿਸੀਜਨ ਦੇ ਚੁੱਕੇ ਹੈਗੇ ਆ ਵੀ ਇਹ ਲਿਵਿੰਗ ਗੁਰੂ ਆ, ਔਰ ਇਸ ਗੁਰੂ ਦੇ ਨਾਮ ਦੇ ਉੱਤੇ ਪ੍ਰਾਪਰਟੀ ਦੀ ਰਜਿਸਟਰੀਆਂ ਸਭ ਕੁਝ ਹੋ ਸਕਦਾ ਹੈਗਾ। ਔਰ ਇਹ ਨਹੀਂ ਹੈਗਾ ਵੀ ਇਹ ਇੱਕ ਜਸ ਕਿਤਾਬ ਨਹੀਂ ਹੈਗੀ। ਔਰ ਅਸੀਂ ਸਾਡਾ ਕੇਸ ਜਿਹੜਾ ਹੈਗਾ ਅਸੀਂ ਇਸ ਚੀਜ਼ ਇਹ ਡਿਫੈਂਸ ਕਰਨੀ ਵੀ ਇਹ ਕਿਤਾਬ ਨਹੀਂ, ਇਹ ਲਿਵਿੰਗ ਗੁਰੂ ਹੈਗਾ। ਇਹਨੂੰ ਜੇ ਕਿਸੇ ਨੇ ਰੱਖਣਾ, ਜਿਸ ਤਰ੍ਹਾਂ ਦੱਸਿਆ, ਜੇ ਕਿਸੇ ਨੇ ਨੌਲੇਜ ਲੈਣੀ ਹੈਗੀ, ਸਿੰਚੀਆਂ ਲੈ ਸਕਦੇ ਹੈਗੇ, ਹੁਣ ਤੱਕ ਕਰੋ। ਦੂਸਰਾ ਹੈਗਾ ਇਹ ਵੀ ਤੁਸੀਂ ਇਹਨੂੰ ਜੇ ਕਿਤਾਬ ਦੀ ਸ਼ੇਰ ਰੱਖ ਕੇ ਜਾਂ ਗੋਡਿਆਂ ਤੇ ਰੱਖ ਕੇ ਜਾਂ ਤੁਸੀਂ ਏਦਾਂ ਬਰਾਬਰ ਬਹਿ ਕੇ ਚੇਅਰ ਤੇ ਬਹਿ ਕੇ ਤਖਤ ਪੋਸ਼ ਦੇ ਉੱਤੇ ਰੱਖ ਕੇ ਸੁਧਾਰ ਰੱਖ ਕੇ ਨਹੀਂ, ਉਹ ਸਿੰਚੀਆਂ ਤੁਸੀਂ ਲੈ ਸਕਦੇ ਆ, ਨਾ ਕਿ ਤੁਸੀਂ ਇਸ ਤਰ੍ਹਾਂ ਇਹਦੀ ਬੇਅਦਬੀ ਕਰ ਸਕਦੇ ਆ। ਔਰ ਜਿਸ ਤਰ੍ਹਾਂ ਵੀ ਇਹ ਕੇਸ ਅੱਜ ਤੱਕ ਜੋ ਸਾਡੀ ਨੌਲੇਜ ਵਿੱਚ ਆਇਆ ਹੈਗਾ, ਉਹ ਜਿੰਨਾ ਕੁ ਸਾਨੂੰ ਪਤਾ ਵੀ ਜਿਹੜੇ ਵੀ ਬੰਦੇ ਉੱਥੇ ਲੈਣ ਗਏ ਕੋਈ ਉੱਥੇ ਕੋਈ ਝਗੜਾ ਨਹੀਂ, ਕੋਈ ਕੁਝ ਨਹੀਂ ਹੋਇਆ ਹੈਗਾ। ਸਿਰਫ ਤੇ ਸਿਰਫ ਉਸ ਵੇਲੇ ਸਭ ਕੁਝ ਲਿਖ ਕੇ ਦੇ ਕੇ ਆਏ ਹੈਗੇ ਆ। ਉਦੋਂ ਬਾਅਦ 5-4 ਘੰਟੇ ਤੋਂ ਬਾਅਦ ਜਾ ਕੇ ਪੁਲਿਸ ਦੇ ਜਾ ਕੇ ਉਹ ਰਿਪੋਰਟ ਹੋਈ ਹੈਗੀ ਆ, ਔਰ ਰਿਪੋਰਟ ਹੋਣ ਤੋਂ ਬਾਅਦ ਇਹ ਜਿਹੜਾ ਕੇਸ ਸ਼ੁਰੂ ਹੋਇਆ। ਸੋ ਗੁਰੂ ਮਹਾਰਾਜ ਦੀ ਆਪਾਂ ਮਹਾਰਾਜ ਦੇ ਵਿੱਚ 1226 ਪੰਨੇ ਦੇ ਉੱਤੇ ਪੋਥੀ ਪਰਮੇਸ਼ਰ ਦਾ ਥਾਮ ਸ਼ਬਦ ਆਉਂਦਾ ਹੈ, ਗੁਰੂ ਮਹਾਰਾਜ ਦਾ ਆਉਂਦਾ ਹੈਗਾ। ਸੋ ਸਾਨੂੰ ਇਸ ਚੀਜ਼ ਨੂੰ ਡਿਫੈਂਸ ਕਰਨੀ ਚਾਹੀਦੀ ਵੀ ਸਾਡੀ ਇਹ ਕਿਤਾਬ ਨਹੀਂ, ਸਾਡਾ ਇਹ ਲਿਵਿੰਗ ਗੁਰੂ ਆ, ਔਰ ਇਹਨੂੰ ਅਸੀਂ ਐਕਸੈਪਟ ਨਹੀਂ ਕਰਦੇ, ਅਸੀਂ ਇਹ ਡਿਫੈਂਸ ਕਰਨੀ ਹੈਗੀ ਆ। ਬਾਕੀ ਦੀ ਗੱਲ ਇਹ ਵੀ ਜਿਹੜੇ ਬੰਦੇ ਹੁਣ ਜਦੋਂ FSO ਨੂੰ ਭੇਜਿਆ ਗਿਆ, ਔਰ ਈਵਨ ਬੜੀ ਤੋਂ ਬੜੀ ਸੰਸਥਾ ਉਹਦੇ ਵੀ ਰਿਪਰੈਜ਼ੈਂਟੇਟਿਵ ਉਹਨਾਂ ਨੂੰ ਵੀ ਉਹਨੇ ਵੀ ਇਹਦੇ ਵਿੱਚ ਬੈਕ ਕੀਤੀ ਸੀ। ਉਹਨਾਂ ਨੂੰ ਪਹਿਲਾਂ ਵੀ ਹਾਂ ਵੀ ਤੁਸੀਂ ਜਾਓ ਉੱਥੋਂ, ਉਹ ਵੀ ਬਾਅਦ 'ਚ ਦੱਸਿਆ ਜਾਊਗਾ, ਪਰ ਇਸ ਵੇਲੇ ਦੱਸਣ ਦੀ ਲੋੜ ਨਹੀਂ ਹੈ। FSO ਦੇ ਖਾਸ ਕਰ ਜਿਹੜੇ ਸਾਡੇ ਬੈਠੇ ਆ 10 ਦੇ ਵਿੱਚ ਹੈਗਾ, ਔਰ ਦੂਸਰੀ ਸੰਸਥਾ ਵਿੱਚ ਵੀ ਅਸੀਂ ਹੈਗੇ ਆ। ਔਰ ਸਾਨੂੰ ਪਤਾ ਵੀ ਜੇ ਉਹਨਾਂ ਨੂੰ ਭੇਜਿਆ ਗਿਆ, ਉਹ ਪੁੱਛ ਕੇ ਉਹਨਾਂ ਨੂੰ ਦੱਸਿਆ ਗਿਆ ਵੀ ਹਾਂ ਬਈ ਤੁਸੀਂ ਜਾਓ, ਔਰ ਉੱਥੇ ਕੋਈ ਝਗੜਾ ਨਹੀਂ ਕਰਨਾ, ਉੱਥੇ ਝਗੜਾ ਕੋਈ ਹੋਇਆ ਵੀ ਨਹੀਂ ਹੈਗਾ। ਸੋ ਇਸ ਕਰਕੇ ਇਹ ਜਿਹੜੀ ਗੱਲ ਬਣੀ ਬਣਾਈ ਗਈ ਹੈ, ਸਿਰਫ ਜੋ ਇਹਦੀ ਸੈਟਅਪ ਹੈਗੀ ਆ ਵੀ ਇਸ ਗੁਰੂ ਗ੍ਰੰਥ ਸਾਹਿਬ ਜਿੰਨਾ ਵੀ ਡਿਸਕ੍ਰੈਸ ਕੀਤਾ ਜਾਵੇ ਇਹ ਉਹਨਾਂ ਹੀ ਥੋੜਾ ਹੈਗਾ, ਔਰ ਇਹਨੂੰ ਇੱਕ ਕਿਤਾਬ ਦੀ ਸ਼ਕਲ ਦਿੱਤੀ ਜਾਵੇ, ਕਿਤਾਬ ਬਣਾਈ ਜਾਵੇ। ਸੋ ਅਸੀਂ ਇਹਨੂੰ ਜਿੰਨੇ ਵੀ ਸੱਚੇ ਢੰਗ ਨਾਲ ਇਹਨੂੰ ਅਸੀਂ ਇਹਦੀ ਡਿਫੈਂਸ ਕਰ ਸਕਦੇ, ਕਰਨੀ ਚਾਹੀਦੀ ਆ। ਸੋ ਇੱਥੇ ਮੈਂ ਇਸ ਬਾਤ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਵਿੰਦਰ ਸਿੰਘ ਜੀ ਕੁਝ ਸ਼ਬਦ ਬੋਲਣਾ ਚਾਹੁੰਦੇ ਆ, ਉਪਰੰਤ ਅਸੀਂ ਮੀਡੀਆ ਵਾਲਿਆਂ ਨੂੰ ਬੇਨਤੀ ਕਰਾਂਗੇ ਤੁਸੀਂ ਵੀ ਸਵਾਲ ਪੁੱਛ ਲਓ ਜਿਹੜੇ ਪੁੱਛਣੇ ਇਸ ਸੰਬੰਧ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇੰਨੀ ਬੇਨਤੀ ਕਰਦਾ, ਬਾਕੀ ਦੇ ਵਿਚਾਰ ਸਾਰੇ ਸਿੰਘਾਂ ਨੇ ਦੱਸੇ ਨੇ, ਕਿਉਂਕਿ ਇਹ ਮਸਲਾ ਸਾਡੇ ਸਮੁੱਚੇ ਸਿੱਖ ਜਗਤ ਦੇ ਸਤਿਗੁਰੂ ਸਾਹਿਬ ਜੀ ਦਾ ਹੈ। ਸਾਨੂੰ ਇਹਨੂੰ ਹਾਈਲਾਈਟ ਇਹਨਾਂ ਕਰ ਦੇਣਾ ਚਾਹੀਦਾ ਹੈ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਚੱਲੀ ਜਾਵੇ, ਨਾ ਕਿ ਅਸੀਂ ਇੱਥੇ ਪੁਰਸ਼ ਸਿੰਘ ਬਹਿ ਕੇ ਵਿਚਾਰੀਏ। ਸਾਰੇ ਗੁਰੂ ਘਰਾਂ ਜਿਨ੍ਹਾਂ ਦੀ ਹੋਂਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾਰਨ ਹੈ, ਉਹ ਸਾਰੇ ਗੁਰੂ ਘਰ ਸੁਚੇਤ ਹੋ ਜਾਣੇ ਚਾਹੀਦੇ ਹਨ। ਸਾਰੇ ਸਿੱਖ ਜਿੱਥੇ ਜੋ ਵੀ ਇਸ ਧਰਤੀ ਦੇ ਵਸਦੇ ਹਨ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਦਿੱਤਾ ਖਾਂਦੇ ਹਾਂ, ਸਾਡੇ ਘਰ ਤੱਕ ਵੇਖ ਜਾਣ, ਅਸੀਂ ਆਪ ਵੇਖ ਲਈਏ। ਔਰ ਸਤਿਗੁਰੂ ਜੀ ਦੇ ਦਿੱਤੇ ਹੋਏ ਦੇ ਸਿੰਘਾਂ ਨੇ ਜੋ ਇਸ ਸਤਿਕਾਰ ਨੂੰ ਬਹਾਲ ਕਰਨ ਵਾਸਤੇ ਜੋ ਕਾਰਜ ਕੀਤਾ ਹੈ, ਉਹਨਾਂ ਨੂੰ ਆਂਚ ਨਹੀਂ ਆਉਣੀ ਚਾਹੀਦੀ। ਸਾਰਾ ਪੰਥ ਨੂੰ ਉਹਨਾਂ ਸਿੰਘਾਂ ਦੇ ਪਿੱਛੇ ਖੜਨਾ ਚਾਹੀਦਾ ਹੈ। ਜਿਹੜੀ ਮਰਜ਼ੀ ਕੋਰਟ ਤੱਕ ਕੇਸ ਚੱਲ ਜਾਵੇ, ਸਾਰੇ ਸਿੱਖਾਂ ਨੂੰ ਵਚਨਬੱਧਤਾ ਦਿਖਾਉਣੀ ਚਾਹੀਦੀ ਹੈ, ਉਹਨਾਂ ਸਿੰਘਾਂ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ। ਔਰ ਜਿੰਨੇ ਸਾਡੇ ਸਿੱਖ ਬਿਜ਼ਨਸਮੈਨ ਨੇ, ਸਭ
ਸਾਰਿਆਂ ਤੋਂ ਵਕੀਲਾਂ ਦੀ ਦਿੱਤੀ ਹੋਈ ਸਲਾਹ ਮੁਤਾਬਕ ਰਿਟਨ ਲੈਟਰਸ ਲੈ ਕੇ ਉਹਨਾਂ ਦੀ ਕਚਹਿਰੀ ਦੇ ਵਿੱਚ ਇਹਨਾਂ ਫਲੱਡ ਕਰ ਦੇਣਾ ਚਾਹੀਦਾ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬ ਦੀ ਹੋਂਦ ਕੀ ਹੈ। ਜੇ ਰੌਂਗ ਪ੍ਰੈਸੀਡੈਂਟ ਸੈੱਟ ਹੋ ਗਿਆ ਤਾਂ ਸਾਰੀ ਦੁਨੀਆ ਦੇ ਵਿੱਚ ਇਹ ਕਾਰਜ ਸ਼ੁਰੂ ਹੋ ਜਾਣੇ ਨੇ। ਜੇ ਇਹਨੂੰ ਇੱਥੇ ਰੋਕ ਦਿੱਤਾ ਗਿਆ ਤੇ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਚੱਲੂਗੀ ਕਿ ਸਿੱਖਾਂ ਨੇ ਆਪਣੇ ਗੁਰੂ ਵਾਸਤੇ ਜੋ ਕੀਤਾ ਕੋਈ ਅਗਾਂਹ ਨੂੰ ਕੋਈ ਅਜਿਹੀ ਕਰਤੂਤ ਨਾ ਕਰੇ ਕਿ ਸਾਡੇ ਪਾਤਸ਼ਾਹ ਜੀ ਦੇ ਵਿਰੁੱਧ ਕੋਈ ਇਹੋ ਜਿਹਾ ਰੌਂਗ ਸਟੈਪ ਲੈਣ ਦੀ ਕੋਈ ਕੋਸ਼ਿਸ਼ ਕਰੇ। ਮੈਂ ਫਿਰ ਇਹ ਗੱਲ ਨੂੰ ਦੁਹਰਾਉਣਾ ਚਾਹੁੰਦਾ ਕਿ ਸਾਰੇ ਸਿੱਖ ਉਹਨਾਂ ਸਿੱਖਾਂ ਪਿੱਛੇ ਖੜ ਜਾਈਏ ਜਿਨ੍ਹਾਂ ਦੇ ਉੱਤੇ ਕੇਸ ਚੱਲਦਾ ਹੈ। ਇਹ ਕੇਸ ਜਿੱਤਿਆ ਗਿਆ ਤੇ ਸਾਰੇ ਪੰਥ ਦੀ ਜਿੱਤ ਹੈ। ਜੇ ਕੇਸ ਹਾਰ ਗਿਆ ਤੇ ਆਪਾਂ ਇੰਨੇ ਵੱਡੇ ਗੁਰੂ ਘਰ ਇੰਨੀਆਂ ਵੱਡੀਆਂ ਸਾਡੀਆਂ ਸੰਸਥਾਵਾਂ ਸਾਡੇ ਬਿਜ਼ਨਸ ਉਹ ਕਿਸੇ ਕੰਮ ਦੇ ਨਹੀਂ ਹੋਣਗੇ ਜੇ ਅਸੀਂ ਗੁਰੂ ਸਾਹਿਬ ਦੇ ਕਾਰਜ 'ਚ ਆਪਣੇ ਆਪ ਨੂੰ ਨਾ ਲਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ ਭਾਈ ਸਾਹਿਬ, ਇੱਕ ਸਵਾਲ ਹੈ, ਤੁਸੀਂ ਬਾਰ-ਬਾਰ ਜ਼ਿਕਰ ਕੀਤਾ ਇੱਕ ਕੇਸ ਦਾ ਕਿ ਜਦੋਂ 2019 ਵਿੱਚ ਲੈ ਕੇ ਆਏ ਸੀ ਵਾਪਸ, ਜਦੋਂ ਕੇਸ ਹੋਇਆ ਪਹਿਲੀ ਵਾਰੀ ਨੌਜਵਾਨ ਗਏ ਸੀ 8 ਸਰੂਪ ਲੈ ਕੇ ਅਸੀਂ 2019 ਦੇ ਵਿੱਚ। ਤੁਸੀਂ ਥੋੜਾ ਜਿਹਾ ਇਹਨੂੰ ਕਲੀਅਰ ਕਰੋ ਕਿ ਜਿਹੜਾ ਕੇਸ ਹੋਇਆ 2019 ਚ ਹੋਇਆ, ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਸੀ, ਇਹ ਤਸਵੀਰਾਂ ਉਦੋਂ ਦੀਆਂ ਹੈ ਇਹ ਤਸਵੀਰਾਂ ਜਾਂ ਬੇਅਦਬੀ ਹੁਣ ਵੀ ਹੋ ਰਹੀ ਆ? ਦੋ ਚੀਜ਼ਾਂ ਆ। ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕੇਸ ਕਰਕੇ ਆ ਜਾਂ ਬੇਅਦਬੀ ਹਜੇ ਵੀ ਕੰਟੀਨਿਊ ਆ? ਕਿਉਂਕਿ ਜਦੋਂ ਬੇਅਦਬੀ ਹੁੰਦੀ ਸੀ ਪਹਿਲਾਂ ਵੀ ਇਦਾਂ ਸੀਗਾ, ਉਦੋਂ 8 ਸਰੂਪ ਲੈ ਕੇ ਆਏ ਸੀ ਤੇ ਉਹਨਾਂ ਨੇ ਬਾਅਦ ਫਿਰ 5 ਸਰੂਪ ਹੋਰ ਲੈ ਆਉਂਦੇ, ਪਤਾ ਲੱਗ ਗਿਆ ਕਿ ਹੌਲੀ ਹੌਲੀ ਸੂਹ ਨਿਕਲਦੀ ਗਈ ਵੀ ਇਹ ਸਰੂਪ ਫਿਰ ਲੈ ਕੇ ਆ ਗਏ ਆ। ਤੇ ਸਟਿਲ ਬੇਅਦਬੀ ਜਿਹੜੀ ਨਾਲ ਹੀ ਜੋ ਕਰਦੇ ਰਹੇ, ਇਦਾਂ ਹੀ ਨਾਚ ਗਾਣੇ ਵੀ ਬਾਅਦ 'ਚ ਹੁੰਦੇ ਉਸੇ ਹਾਲ ਦੇ ਵਿੱਚ, ਤੇ ਮੂਰਤੀਆਂ ਜਿਹੜੀਆਂ ਉਦਾਂ ਹੀ ਟੰਗੀਆਂ ਹੋਈਆਂ ਉਹਨਾਂ ਨੇ, ਤੇ ਆਪਣੀਆਂ ਫੋਟੋ ਵੀ ਉਹਨਾਂ ਲਾਈਆਂ ਜਿਹੜੀਆਂ ਨਹੀਂ ਲਾ ਸਕਦੇ, ਦਿਖਾ ਸਕਦੇ। ਤੇ ਇੱਕ ਬਾਈ ਤੇ ਦਿਖਾਓਗੇ ਤੁਸੀਂ ਕਿਦਾਂ ਉਹਨਾਂ ਨੇ ਮਾਰੇ ਸਰੂਪ। ਥੋੜਾ ਜਿਹਾ ਇਹ ਦੱਸ ਦਿਓ ਐਕਚੁਅਲੀ ਹੁਣ ਕੀ ਹੋ ਰਿਹਾ ਉੱਥੇ, ਇਹਦੀ ਸਾਨੂੰ ਤੇ ਹੁਣ ਵੀ ਫੇਸਬੁੱਕ ਉਹਨਾਂ ਦੀ ਫੇਸਬੁੱਕ ਤੇ ਜਾ ਸਕਦੇ ਹੋ, ਨੰਬਰ ਵੀ ਹੈਗਾ ਆਪਣੇ ਫੇਸਬੁੱਕ ਦਾ, ਆਈਡੀ ਤੇ ਆ ਜਾਊਗੀ। ਤੇ ਅੱਜ ਵੀ ਉਹਨਾਂ ਨੇ ਮਹਾਰਾਜ ਦਾ ਸਰੂਪ ਇਦਾਂ ਹੀ ਰੱਖਿਆ ਹੋਇਆ, ਤੇ ਉਸ ਤੋਂ ਕੱਲ ਵੀ ਪਰਸੋਂ ਵੀ ਇਹਨਾਂ ਨੇ ਹੁਕਮਨਾਮਾ ਲਿਆ ਤੇ ਉਦਾਂ ਹੀ ਸੋਹਿਮ ਸਾਹਿਬ ਕੀਤਾ, ਟੇਬਲਾਂ ਤੇ ਬਹਿ ਕੇ ਤੇ ਸੋਫਿਆਂ ਤੇ ਬਹਿ ਕੇ ਉਹਨਾਂ ਨੇ ਸੋਹਿਮ ਸਾਹਿਬ ਸੁਣਿਆ। ਤੇ ਸਟਿਲ ਅਜੇ ਵੀ ਬੇਅਦਬੀ ਉਦਾਂ ਹੀ ਹੋ ਰਹੀ ਆ। ਬੇਨਤੀ ਹੈ ਸਾਰਿਆਂ ਨੂੰ ਇਹਦੇ ਬਾਰੇ ਬਹੁਤ ਤਵੱਜੋ ਦੇਣ ਦੀ ਲੋੜ ਆ। ਹੋਰ ਕੀ ਹੁੰਦਾ ਇੱਥੇ ਜੋ ਆਪਣਾ ਦਾ ਗਾਣੇ ਵਜਾਉਣੇ ਵੀ ਕਰਦੇ ਆ, ਜਿੱਦਾਂ ਨਾਚ ਗਾਣੇ ਜੋ ਵੀ ਕਰਦੇ ਆ, ਉਹ ਵੀ ਤੁਸੀਂ ਦਿਖਾ ਸਕਦੇ, ਵੀਡੀਓ ਇੱਥੇ ਸਾਡੇ ਕੋਲ ਹੈਗੀ ਆ, ਉਹ ਵੀ ਆਪਾਂ ਇੱਥੇ ਪਾ ਦਿੰਦੇ ਆ ਤੇ ਤੁਸੀਂ ਦੇਖ ਲਿਓ। ਕਿਉਂਕਿ ਜਿੱਥੇ ਕੋਈ ਮੂਰਤੀ ਹੋਵੇ ਜਾਂ ਫੋਟੋ ਹੋਵੇ ਕਿਸੇ ਹੋਰ ਧਰਮ ਦੀ, ਉੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਰਹਿ ਸਕਦੇ, ਜਾਂ ਜਿਸ ਹਾਲ ਦੇ ਵਿੱਚ ਨਾਚ ਗਾਣੇ ਚੱਲਦੇ ਉਸ ਜਗ੍ਹਾ ਤੇ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਇਹ ਸਾਡੀ ਮਰਿਆਦਾ ਹੈ, ਸਾਡੀ ਨਹੀਂ ਗੁਰੂ ਘਰ ਦੀ ਮਰਿਆਦਾ ਹੈ। ਤੇ ਇਸ ਕਰਕੇ ਤਵੱਜੋ ਦੇਣ ਦੀ ਲੋੜ ਹੈ ਸਾਰੇ ਸਿੱਖਾਂ ਨੂੰ, ਸਾਰੇ ਸੰਸਥਾਵਾਂ ਨੂੰ, ਕਿ ਇਹ ਲੀਹ ਤੋਂ ਹਟਾਉਣਾ ਪੈਣਾ ਆ। ਇਹ ਕਿਹੜੇ ਬੰਦੇ ਆ ਜਿਹੜੇ ਉਹਨਾਂ ਨੂੰ ਉਹਨਾਂ ਦੀ ਬੈਕਿੰਗ ਕਰ ਰਹੇ ਆ ਵੀ ਇਹ ਤਾਂ ਕੋਈ ਨਹੀਂ, ਕਰ ਲਓ ਕੋਈ ਗੱਲ ਨਹੀਂ, ਧੜਨ ਵਾਲੇ ਆ। ਇਹ ਜ਼ਰੂਰੀ ਸਾਨੂੰ ਜਿੱਦਾਂ ਮੱਖਣੀ ਚੋਂ ਵਾਲ ਕੱਢੀਦਾ ਹੈ, ਇਸ ਤਰ੍ਹਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਬੰਦੇ ਉਹਨਾਂ ਦੀ ਬੈਕਿੰਗ ਕਰ ਰਹੇ ਆ। ਬਹੁਤ ਵੱਡੀ ਲੋੜ ਹੈ ਅੱਜ, ਕਿਉਂਕਿ ਸਾਡੇ ਉਲਟ ਵੀ ਉਹ ਕੇਸ ਕਰਾਉਣ ਦਾ ਮਕਸਦ ਵੀ ਉਹੀ ਉਹਨਾਂ ਬੰਦਿਆਂ ਦਾ ਆ ਕਿ ਇਹ ਬੰਦਿਆਂ ਨੂੰ ਪਰੇ ਕਰੋ। ਇਹ ਬੰਦੇ ਜ਼ਿਆਦਾ ਗਰਮੀਆਂ ਇਹ ਇਦਾਂ ਕਰਦੇ ਆ। ਇਸ 'ਚ ਦੱਸੋ ਕਿਹੜੀ ਗਰਮੀ ਵਾਲੀ ਗੱਲ ਆ ਕਿ ਇਸ ਜਗ੍ਹਾ ਤੇ ਇੱਕ ਬੱਚਾ ਵੀ ਸਿੱਖਣ ਦਾ ਨਹੀਂ ਕਹਿ ਸਕਦਾ ਕਿ ਇਸ ਜਗ੍ਹਾ ਤੇ ਪ੍ਰਕਾਸ਼ ਹੋ ਸਕਦਾ। ਇਹ ਸਾਡੀ ਮਰਿਆਦਾ ਆ। ਅਸੀਂ ਉੱਥੇ ਉਹਨੇ ਬੇਨਤੀਆਂ ਕੀਤੀਆਂ ਪਹਿਲਾਂ ਕਿ ਭਾਈ ਇੱਥੇ ਪ੍ਰਕਾਸ਼ ਨਾ ਕਰੋ, ਪਰ ਨਹੀਂ ਟਾਲੇ, ਅਜੇ ਵੀ ਨਹੀਂ ਟਾਲੇ। ਹੁਣ ਬੇਨਤੀ ਹੈ, ਤੁਸੀਂ ਦੱਸੋ, ਸਾਰੀ ਸੰਗਤ ਨੂੰ ਅੱਗੇ ਬੇਨਤੀ ਹੈ, ਕਿਉਂਕਿ ਇਹ ਅੱਜ ਦੀ ਜਿਹੜਾ ਇਹ ਪ੍ਰੈਸ ਕਾਨਫਰੰਸ ਹੈ, ਤਾਂ ਮਤਲਬ ਇਹ ਹੈ ਕਿ ਸਾਰੇ ਸਿੱਖਾਂ ਅੱਗੇ ਬੇਨਤੀ ਕਰਨੀ ਹੈ ਵੀ ਦੱਸੋ ਕੀ ਕੀਤਾ ਜਾਵੇ। ਉਹ ਅਜੇ ਵੀ ਨਹੀਂ ਹਟੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਸਵਾਲ ਮੈਂ ਪੁੱਛਣਾ ਚਾਹੁੰਦਾ ਵੀ ਜਦੋਂ 2019 ਚ ਤੁਸੀਂ ਮਹਾਰਾਜ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਆਏ ਆ, ਤੁਹਾਡੇ ਕੋਲ ਰਿਕਾਰਡ ਹੈਗਾ ਵੀ ਕਿਹੜੇ ਗੁਰਦੁਆਰਾ ਸਾਹਿਬ ਜਾਂ ਕਿਹੜੀ ਸੰਸਥਾ ਨੇ ਤੁਸੀਂ ਕਿਹਾ ਕਿ ਮੁੜ ਕੇ ਉਹ ਫਿਰ ਮਹਾਰਾਜ ਸਰੂਪ ਉਹ ਫਿਰ ਲੈ ਕੇ ਗਏ ਨੇ ਉੱਥੇ ਜਿਹੜੇ ਦੁਆਰੇ ਉਹਨੇ ਪ੍ਰਕਾਸ਼ ਕੀਤੇ ਨੇ? ਉਹਦਾ ਜ਼ਰੂਰ ਵੇਰਵਾ ਅਸੀਂ ਚਾਹੁੰਦੇ ਵੀ ਕਲੈਰਿਟੀ ਕਰੋ ਵੀ ਉਹਦਾ ਵੇਰਵਾ ਜਿਹੜਾ ਦੂਜੇ ਸਿੰਘ ਅਜਾਇਬ, ਮੈਂ ਨਾਂ ਨਹੀਂ ਲੈ ਸਕਦਾ ਉਹਨਾਂ ਦਾ, ਮਤਲਬ ਆਪਣੇ ਕੋਲ ਵੇਰਵਾ ਹੈਗਾ ਵੀ ਕਿੱਥੋਂ ਹਾਂਜੀ, ਮਹਾਰਾਜ ਉਹ 2019 ਚ ਜਿਹੜੇ ਸਿੰਘ ਲੈ ਕੇ ਉਹ ਵੀ ਹੈਗੇ ਆ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਸਿੰਘਾਂ ਨੂੰ ਪਤਾ ਲੱਗਿਆ ਕਿ ਸਰੂਪ ਫਿਰ ਆ ਗਏ ਆ। ਤੇ ਉਹੀ ਮੈਂ ਚਾਹੁੰਦਾ ਵੀ ਆਪ ਜੀ ਨੂੰ ਪਤਾ ਵੀ ਕਿੱਥੋਂ ਗਏ ਦੁਆਰੇ? ਹਾਂਜੀ, ਉਹ ਪਤਾ। ਤਾਂ ਇਹ ਵੀ ਪਤਾ ਕਿ ਕਿਹੜੇ ਗੁਰਦੁਆਰੇ ਲੈ ਕੇ ਗਏ ਸਰੂਪ, ਠੀਕ ਹੈ, ਉਹ ਪਤਾ। ਉਹ ਸਿੰਘ ਆਏ ਨਹੀਂ ਅੱਜ, ਮੇਰੇ ਖਿਆਲ ਇੱਥੇ ਨਹੀਂ ਗਏ। ਐਸਾ ਵੀ ਤੁਹਾਨੂੰ ਪਤਾ ਹੋਊਗਾ। ਚਲੋ ਜਿਹੜੀ ਗੱਲ ਦਾ ਪਤਾ ਆਪਾਂ ਉਹੀ ਕਰੀਏ। ਹਾਂਜੀ, ਠੀਕ ਹੈ। ਨਹੀਂ, ਉਹ ਜਿਹੜੇ ਸਰੂਪ ਲੈ ਕੇ ਗਏ ਉਹ ਗੁਰਦੁਆਰੇ ਨੇ ਦਿੱਤੇ ਵਾਪਸ ਉਹਨਾਂ ਨੂੰ ਫੇਰ? ਇਹਦੇ ਬਾਰੇ ਹੁਣ ਅਜੇ ਕਲੀਅਰ ਨਹੀਂ ਕਹਿ ਸਕਦੇ। ਤੇ ਪਰ ਇਹ ਆ ਵੀ ਜਿਹੜੇ ਉਸ ਤੋਂ ਪਹਿਲਾਂ ਸਰੂਪ ਲੈ ਕੇ ਸੀ ਉਹ ਗੁਰਦੁਆਰੇ ਕਿਸੇ ਸੁੱਖ ਆਸਣ ਕੀਤੇ ਗਏ ਸੀਗੇ। ਠੀਕ।
ਜਿਹੜੀ ਇਹਨਾਂ ਨੇ ਆਪਣੀ ਗੱਲਬਾਤ ਦਾ ਨਾਚ ਗਾਣਾ ਕਿਹਾ ਨਾ, ਉਹ ਜਦੋਂ ਕੋ ਆਪਣੇ ਧਾਰਮਿਕ ਪੂਜਾ ਕਰਦੇ ਆ ਉਦੋਂ ਉਹ ਕੋਈ ਨਾਚ ਗਾਣਾ ਉਦੋਂ ਹੁੰਦਾ, ਮੇਰੇ ਵੱਲ ਦੂਜੇ ਨਾਚ ਗਾਣੇ ਨਹੀਂ, ਇਹਨੂੰ ਕੋਈ ਗਲਤ ਨਾ ਸਮਝ। ਉਹਨਾਂ ਦਾ ਨਹੀਂ ਨਾਚ ਗਾਣਾ ਤਾਂ ਨਾਚ ਗਾਣਾ ਹੀ ਰਹੇਗਾ, ਭਾਵੇਂ ਉਹਨੂੰ ਤੁਸੀਂ ਨ੍ਰਿਤ ਕਹਿ ਲਓ, ਧਾਰਮਿਕ ਕਹਿ ਲਓ, ਕਰਦੇ ਨ੍ਰਿਤਿਆ ਨੂੰ ਉਹ ਤਾਂ ਸਪਸ਼ਟ ਕਰਨ ਲਈ ਕੱਲ ਨੂੰ ਕੋਈ ਪੁੱਛੇ ਵੀ ਅਸੀਂ ਪਰ ਕੀ ਇਲਜ਼ਾਮ ਲਾ ਦਿੱਤਾ, ਮੈਂ ਕਿਹਾ ਸਪਸ਼ਟ ਹੋ ਨਹੀਂ ਜਾਵੇ। ਜੋਗਾ ਸਿੰਘ ਜੀ, ਇਹ ਵੀ ਅਸੀਂ ਦੇਖੀਏ ਨਾ 2015 ਦੇ ਵਿੱਚ ਜੋ ਬੇਅਦਬੀਆਂ ਹੁੰਦੀਆਂ ਨੇ 8 ਸਾਲ ਉੱਥੇ ਹੋ ਗਏ, ਇਹ ਵੀ ਬੇਅਦਬੀ ਤੋਂ ਘੱਟ ਨਹੀਂ ਹੈ। ਬਿਲਕੁਲ। ਜਿੱਥੇ ਅਸੀਂ ਰਹਿ ਰਹੇ ਹਾਂ ਉਹਨੂੰ ਲੈਂਡ ਆਫ ਲਾਅ ਕਿਹਾ ਜਾਂਦਾ ਹੈ, ਤਾਂ ਇੱਥੇ ਹਿਊਮਨ ਰਾਈਟਸ ਦੀ ਜੇਕਰ ਕਦਰ ਹੈ ਤਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਨਹੀਂ। ਕਿ ਅਸੀਂ ਸਪਸ਼ਟ ਨਹੀਂ ਕਰ ਪਾ ਰਹੇ ਕਿ ਅਸੀਂ ਕਿਸ ਤਰੀਕੇ ਨਾਲ ਆਹਤ ਹੋ ਪਾ ਰਹੇ ਹਾਂ। ਮੇਰਾ ਖਿਆਲ ਹੈ ਕਾਫੀ ਤਾਂ ਹੀ ਪੁਲਿਸ ਵੀ ਇਨਵੋਲਵ ਹੋਈ ਆ, ਕਾਫੀ ਕੋਸ਼ਿਸ਼ਾਂ ਹੋ ਰਹੀਆਂ। ਇਹ ਮਸਲਾ ਤਾਂ ਹੀ ਹੱਲ ਹੋਣਾ ਜੇ ਸਾਰੀ ਕਮਿਊਨਿਟੀ ਸਿਰ ਜੋੜ ਕੇ ਇਹਨੂੰ ਹੱਲ ਕਰਨਾ ਚਾਹੇ। ਸੋ ਅਸੀਂ ਸਾਰੀ ਕਮਿਊਨਿਟੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਸਾਰੇ ਆਪਣਾ ਯੋਗਦਾਨ ਪਾਉਣ, ਸਾਰੇ ਗੁਰਦੁਆਰੇ ਰਲ ਕੇ, ਖਾਸ ਕਰਕੇ ਉਸ ਇਲਾਕੇ ਦੇ ਗੁਰਦੁਆਰੇ ਜਿੱਥੇ ਮਸਲਾ ਹੋ ਰਿਹਾ, ਕਿਉਂਕਿ ਅਦਰਵਾਈਜ਼ ਇਹ ਮਸਲੇ ਹੱਲ ਨਹੀਂ ਹੋਣੇ। ਤਾਂ ਜੇ ਸਿੱਖ ਕੌਮ ਇੱਕ ਆਵਾਜ਼ ਵਿੱਚ ਗੱਲ ਕਰੇ, ਇੱਕ ਆਵਾਜ਼ ਵਿੱਚ ਆਪਾਂ ਰਲ ਕੇ, ਇੱਦਾਂ ਦਾ ਇੰਗਲੈਂਡ ਦੇ ਵਿੱਚ ਅੱਜ ਤੱਕ ਕੋਈ ਮਸਲਾ ਨਹੀਂ ਹੋਇਆ ਜਿੱਥੇ ਸਿੱਖਾਂ ਨੇ ਇਕੱਠੇ ਹੋ ਕੇ ਜਦੋਜਹਿਦ ਕੀਤੀ ਤਾਂ ਆਪਾਂ ਸਫਲ ਰਹੇ ਹਾਂ, ਆਪਾਂ ਹਰ ਗੱਲ ਵਿੱਚ ਸਫਲ ਹੋਏ ਹਾਂ ਜੀ। ਸੋ ਸਾਡੀ ਹੁਣ ਵੀ ਬੇਨਤੀ ਆ, ਸਾਡਾ ਸੰਗਤਾਂ ਨੂੰ ਜਾਣਕਾਰੀ ਦੇਣ ਦਾ ਹੀ ਅੱਜ ਦਾ ਜਿਹੜੀ ਪ੍ਰੈਸ ਕਾਨਫਰੰਸ ਦਾ ਮਤਲਬ ਹੈ, ਸਾਰਿਆਂ ਨੂੰ ਜਾਣਕਾਰੀ ਦੇਣਾ ਆ, ਸਾਰਿਆਂ ਨੂੰ ਦੱਸਣਾ, ਜਾਣਕਾਰੀ ਦੇਣਾ ਕਿ ਕੀ ਹੋ ਰਿਹਾ, ਸਾਰੇ ਪ੍ਰਪੇਅਰ ਰਹਿਣ। ਤੇ ਇਹਦੇ ਲਈ ਸਾਨੂੰ ਮੀਡੀਆ ਦੀ ਵੀ ਬਹੁਤ ਸਹਿਯੋਗ ਦੀ ਲੋੜ ਹੈ। ਸੋ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਆਏ ਆ, ਸਾਨੂੰ ਸਵਾਲ ਜਵਾਬ ਕਰ ਰਹੇ। ਜਿੰਨਾ ਕੁ ਅਸੀਂ ਜਾਣਕਾਰੀ ਦੇ ਸਕਦੇ ਜ਼ਰੂਰ ਦੇਵਾਂਗੇ, ਪਰ ਇਹਦੇ ਲਈ ਸਾਰੀ ਸਿੱਖ ਕੌਮ ਦੀ ਸਮੁੱਚੀਆਂ ਦੀ ਆਪਣੀ ਡਿਊਟੀ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ। ਇੱਕ ਤੁਸੀਂ ਗੱਲ ਕਹੀ ਆ ਵੀ ਸਾਰੀ ਕੌਮ ਇਹਦੇ ਤੇ ਇਕੱਠੀ ਹੋਵੇ। ਜੀ ਕੌਮ ਤੇ ਪਹਿਲਾਂ ਵੀ ਇਕੱਠੀ ਸੀ, ਕੌਮ ਤਾਂ ਅੱਜ ਵੀ ਇਕੱਠੀ ਆ। ਜੀ ਮੇਰਾ ਕਹਿਣ ਤੋਂ ਭਾਵ ਆ ਕਿ ਕੌਮ ਤਾਂ ਤੜਫਦੀ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ। ਚਲੋ ਇੰਡੀਆ ਦੇ ਵਿੱਚ ਪੰਜਾਬ 'ਚ ਜਿਹੜੀਆਂ ਹੁੰਦੀਆਂ ਉਹ ਸਾਡੇ ਤੋਂ ਇੱਕ ਵੱਖਰਾ ਖਿੱਤਾ ਇੱਥੇ ਇਹਨਾਂ ਨੂੰ। ਜੇ ਇੱਥੇ ਹੁੰਦੀਆਂ ਇਹ ਤਾਂ ਰਿਸਪੌਂਸਿਬਿਲਿਟੀ ਯੂਕੇ ਦੇ ਸਿੱਖਾਂ ਦੀ ਆ ਨਾ। ਜੀ ਜੀ ਜਿਹੜੀ ਕੌਮ ਹੁੰਦੀ ਆ ਜਾਂ ਲੋਕ ਹੁੰਦੇ ਆ, ਉਹ ਆਪਣੇ ਨੁਮਾਇੰਦੇ ਚੁਣ ਕੇ ਜਾਂ ਤਾਂ ਗੁਰਦੁਆਰਿਆਂ 'ਚ ਭੇਜਦੇ ਆ ਜੀ। ਜਾਂ ਆਪਣੀਆਂ ਬੋਡੀਜ਼ ਬਣਾਉਂਦੇ ਆ। ਜੀ। ਉਹਨਾਂ ਵਿੱਚੋਂ ਇੱਕ ਬੋਡੀ ਤੁਸੀਂ ਉੱਥੇ ਬੈਠੇ। ਜੀ ਸੋ ਕੌਮ ਨੇ ਤਾਂ ਤੁਹਾਨੂੰ ਚੁਣ ਕੇ ਭੇਜ ਦਿੱਤਾ, ਹੋਰ ਕੌਮ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ? ਕਿਉਂਕਿ ਕੌਮ ਨੇ ਇੱਕ ਬੋਡੀ ਬਣਾ ਦਿੱਤੀ, ਸਾਰੀਆਂ ਜਥੇਬੰਦੀਆਂ ਦੀ ਇੱਕ FSO ਬਣ ਗਈ, ਗੁਰਦੁਆਰੇ ਬਣ ਗਏ, ਗੁਰਦੁਆਰਿਆਂ ਨੇ ਰਲ ਕੇ ਕੌਂਸਲ ਬਣਾ ਲਈ, ਹੁਣ 2 ਕੌਂਸਲਾਂ ਹੋ ਗਈਆਂ। ਮਤਲਬ ਇੱਕ ਸਿੱਖਾਂ ਦੀਆਂ ਬੋਡੀਜ਼ ਤਾਂ ਹੈਗੀਆਂ, ਹੁਣ ਕੌਮ ਤਾਂ ਤੁਹਾਨੂੰ ਸਪੋਰਟ ਦੇ ਰਹੀ ਆ। ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੀਆਂ ਬੋਡੀਜ਼ ਵੱਲੋਂ ਹੁਣ ਤੱਕ ਕੀ ਹੋਇਆ? ਕਿਉਂਕਿ ਇਹ ਬੇਅਦਬੀ ਅੱਜ ਇਹ ਪਹਿਲੀ ਵਾਰੀ ਨਹੀਂ ਹੋਈ, ਇਹ ਤਾਂ 2000 ਤੋਂ ਪਹਿਲਾਂ ਦੀਆਂ ਹੁੰਦੀਆਂ ਆ ਰਹੀਆਂ। ਮੇਰਾ ਮਤਲਬ ਕਿ ਅਸੀਂ ਕੁਝ ਕਰ ਨਹੀਂ ਸਕੇ ਇੱਥੋਂ ਦੇ ਸਿਸਟਮ ਦੇ ਵਿੱਚ, ਜਾਂ ਇੱਥੋਂ ਦੀ ਬਿਊਰੋਕ੍ਰੇਸੀ ਨੂੰ ਨਹੀਂ ਸਮਝਾ ਸਕੇ, ਜਾਂ ਇੱਥੋਂ ਦੇ ਪ੍ਰਸ਼ਾਸਨ ਨੂੰ ਨਹੀਂ ਦੱਸ ਸਕੇ, ਜਾਂ ਇੱਥੇ ਦੀ ਜੁਡੀਸ਼ਰੀ 'ਚ ਨਹੀਂ ਕਰ ਸਕੇ। ਜੇ ਨਹੀਂ ਕੀਤਾ, ਜਾਂ ਜਿਹੜੀਆਂ ਸਿੱਖ ਬੋਡੀਜ਼ ਆ, ਹੁਣ ਤੁਹਾਡਾ ਕੀ ਇਹਦੇ ਤੇ ਗਾਂਹ ਵਾਲਾ? ਮੈਂ ਇਹਦੇ ਵਿੱਚ ਹੀ ਐਡ ਆਨ ਕਰਨਾ ਚਾਹੁੰਦਾ ਕਿ ਬੋਡੀਜ਼ ਸਿਰਫ ਅਜਿਹੇ ਮਸਲੇ ਚੱਕ ਕੇ ਅੱਗੇ ਗਾਂਹ ਕੇਸਾਂ ਲੜਨ ਤੱਕ ਹੀ ਸੀਮਤ ਹੈ। ਨਹੀਂ, ਮੇਰਾ ਖਿਆਲ ਇਹ ਗੱਲ ਨਹੀਂ ਹੈ, ਕਿਉਂਕਿ ਕਈਆਂ ਲਾਇਬ੍ਰੇਰੀਆਂ 'ਚੋਂ ਵੀ ਮਹਾਰਾਜ ਦੇ ਸਰੂਪ ਲੈਂਦੇ, ਕਈ ਕੋਰਟਾਂ ਵਿੱਚੋਂ ਵੀ ਲੈਂਦੇ, ਜਿੱਥੇ ਗੁਟਕੇ ਵਗੈਰਾ ਜਾਂ 10 ਇੰਚੀ ਤੋਂ ਉੱਥੋਂ ਵੀ ਲੈਂਦੇ ਗਏ, ਉਹਨਾਂ ਨੂੰ ਜਾਣਕਾਰੀ ਦੇ ਕੇ ਕੋਸ਼ਿਸ਼ਾਂ ਤਾਂ ਕੀਤੀਆਂ ਗਈਆਂ। ਪਰ ਜਿੰਨਾ ਚਿਰ ਸਾਰੇ ਗੁਰਦੁਆਰੇ ਇੱਕ ਪਲੇਟਫਾਰਮ ਤੇ ਹੋ ਕੇ ਆਪਾਂ ਸਾਂਝੀ ਆਵਾਜ਼ ਨਹੀਂ ਉਠਾਉਂਦੇ, ਇਹ ਠੀਕ ਹੈ ਕਿ ਆਪਣੇ ਗੁਰਦੁਆਰੇ ਬਹੁਤ ਜਥੇਬੰਦੀਆਂ ਬਹੁਤ ਆ, ਪਰ ਇੱਕ ਮਸਲਾ ਪਰ ਗੁਰਦੁਆਰਿਆਂ ਨੇ ਤਾਂ 2 ਕੌਂਸਲਾਂ ਬਣਾ ਦਿੱਤੀਆਂ। ਸੋ 2 ਕੌਂਸਲਾਂ ਤੋਂ ਇੱਕ ਲੈਟਰ ਚਾਹੀਦਾ, ਉਹ ਤਾਂ ਸਾਰੇ ਗੁਰਦੁਆਰਿਆਂ ਦੀ ਨੁਮਾਇੰਦਗੀ ਕਰਦੀਆਂ। ਤੁਹਾਡਾ ਸਵਾਲ ਬਹੁਤ ਵਾਜਬ ਆ। ਸੰਸਥਾਵਾਂ ਬਣਦੀਆਂ, ਉਹ ਕੰਮ ਵੀ ਕਰਦੀਆਂ ਨੇ, ਲੇਕਿਨ ਸਮਹਾਉ ਕੁਝ ਬੰਦੇ ਸਾਡੇ ਜਾਂ ਭੁਲੇਖੇ ਦਾ ਸ਼ਿਕਾਰ ਹੁੰਦੇ ਆ ਜਾਂ ਕੰਪਰੋਮਾਈਜ਼ ਹੋ ਜਾਂਦੇ ਆ। ਇਹ ਹੁਣ ਨਹੀਂ, ਮਹਾਰਾਜ ਜੀਸਸ ਦੇ ਟਾਈਮ ਤੋਂ ਹੋਇਆ ਸਰ ਕੁਝ। ਇਸ ਕਰਕੇ ਜਿਹੜੇ ਇੱਥੇ ਬੈਠੇ ਆ, ਇਹਨਾਂ ਦੇ ਤੁਸੀਂ ਸੁਣ ਲਿਆ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ। ਉਹ ਕੋਈ ਵੀ ਵਿਅਕਤੀ ਉਹਦੇ ਵਿੱਚ ਸਰਕਾਰ ਵੱਲੋਂ ਫਸਾਇਆ ਜਾ ਰਿਹਾ, ਅਸੀਂ ਉਹਦੇ ਨਾਲ ਖੜਾਂਗੇ ਤੇ ਖੜੇ ਆ। ਤਾਂ ਬਾਕੀ ਨੂੰ ਵੀ ਇਹ ਅਪੀਲ ਕਰਾਂਗੇ, ਇਹ ਕਿਸੇ ਵਿਅਕਤੀ ਜਾਂ ਸੰਸਥਾ ਦਾ ਮਸਲਾ ਨਹੀਂ ਹੈਗਾ, ਇਹ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆ। ਇੱਥੇ ਯੂਕੇ ਦੇ ਸਿੱਖਾਂ ਦਾ ਮਸਲਾ ਆ, ਤੇ ਆਪਾਂ ਯੂਕੇ ਦੇ ਸਿੱਖਾਂ ਨੂੰ ਇਹਦੇ ਵਿੱਚ ਮੋਹਰੇ ਆਉਣਾ ਪੈਣਾ। ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਸਲਾਹ ਕਰਕੇ ਜਿਹੜੀ ਵੀ ਕਾਲ ਹੋਰ ਦੇਵਾਂਗੇ, ਉਹ ਹੁਣ ਅੱਜ ਮੀਡੀਆ ਤੇ ਗੱਲ ਜਾ ਰਹੀ ਹੈ, ਸਾਡੇ ਕੋਲ ਵੀ ਜਿਹੜੀ ਗੱਲ ਆਈ ਹੈ ਬਹੁਤ ਲੇਟ ਸਟੇਜ 'ਤੇ ਆਈ ਹੈ। ਇਸ ਕਰਕੇ ਅਸੀਂ ਇਕੱਠੇ ਹੋ ਕੇ ਸਲਾਹ ਕਰਕੇ ਇਸ ਨੂੰ ਵੱਡੇ ਪੱਧਰ ਤੇ ਵੀ ਉਠਾਵਾਂਗੇ। ਬਾਕੀ ਜਦੋਂ ਮਸਲਾ ਕੋਰਟ ਦੇ ਵਿੱਚ ਚੱਲ ਜਾਂਦਾ, ਉਹਨੂੰ ਵਕੀਲਾਂ ਦੀ ਸਲਾਹ ਤੋਂ ਬਿਨਾਂ ਅੱਗੇ ਵੀ ਨਹੀਂ ਤੁਰਿਆ ਜਾ ਸਕਦਾ। ਕਈ ਵਾਰੀ ਆਪਾਂ ਜ਼ਿਆਦਾ ਉਹਨੂੰ ਉਛਾਲ ਕੇ
ਤਾਂ ਕਾਨੂੰਨੀ ਤੌਰ ਤੇ ਵੀ ਕਈ ਸਟੈਪ ਸੋਚ ਕੇ ਲੈਣੇ ਪੈਂਦੇ। ਜੇ ਮਸਲਾ ਅਰਲੀ ਆਉਂਦਾ ਤਾਂ ਇਹ ਸ਼ਾਇਦ ਆਪਾਂ ਕਿਸੇ ਹੋਰ ਤਰੀਕੇ ਨਾਲ ਕਰਦੇ। ਆਪਣੀ ਕੋਸ਼ਿਸ਼ ਪੂਰੀ ਆ ਕਿ ਆਪਾਂ ਇਸ ਮਸਲੇ ਤੇ ਉਸ ਸੰਸਥਾ ਦੇ ਖਿਲਾਫ ਖੜੀਏ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਗਾਤਾਰ ਕਰ ਰਹੀ ਆ ਤੇ ਜਾਂ ਕਰ ਰਹੀਆਂ ਆ। ਤੇ ਮੈਨੂੰ ਲੱਗਦਾ ਸਮਾਂ ਆ ਗਿਆ ਵੀ ਆਪਣੇ 'ਚ ਬੈਠੀਆਂ ਜਿਹੜੀਆਂ ਭੇਡਾਂ ਆ ਉਹ ਵੀ ਆਪਾਂ ਨੰਗੀਆਂ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਵਾਲ ਮੈਂ ਛੋਟਾ ਜਿਹਾ ਕਰਨਾ, ਤੁਸੀਂ ਐਡ ਕਰ ਦੇਣਾ ਵੀ ਜੇ ਆਪਾਂ ਇਹ ਅਸੀਂ ਚਾਹੁੰਦੇ ਵੀ ਤੁਸੀਂ ਹੁਣ ਪੂਰੇ ਇੰਗਲੈਂਡ ਦੇ ਗੁਰਦੁਆਰਾ ਸਾਹਿਬ ਆ ਜਿਹੜੇ, ਕਿਉਂਕਿ ਹੁਣ FSO ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਕੁਝ ਹੋਰ ਸਿੰਘ ਪਹੁੰਚੇ ਨੇ, ਤੇ ਲੱਗਦਾ ਨਹੀਂ ਜਦੋਂ ਬਾਈ ਜੀ ਨੇ ਕਿਹਾ ਵੀ 2 ਕੌਂਸਲਾਂ ਨੇ, ਤਕਰੀਬਨ ਇੰਗਲੈਂਡ ਦੇ ਸਾਰੇ ਗੁਰੂ ਘਰਾਂ ਨੂੰ ਇਨਵੀਟੇਸ਼ਨ ਦਿੱਤਾ ਜਾਵੇ। ਇਹ ਕੇਸ ਤੋਂ ਪਹਿਲਾਂ ਇਕੱਤਰਤਾ ਹੋਣੀ ਜ਼ਰੂਰੀ ਆ, ਚਾਹੇ ਇੱਕ ਨਾਰਥ 'ਚ ਹੋ ਜਾਵੇ ਇੱਕ ਸਾਊਥ 'ਚ ਹੋ ਜਾਵੇ। ਜੇ ਆਪਾਂ ਖੁੰਝ ਗਏ ਤੇ ਮੇਰੇ ਹਿਸਾਬ ਨਾਲ ਜਿਹੜਾ ਰੋਜ਼ ਅਸੀਂ ਚੈਨਲਾਂ ਤੇ ਟਾਈਮ ਵੇਸਟ ਕਰਦੇ, ਪੰਜਾਬ ਨੂੰ ਬੜਾ ਕੁਛ ਆਪਾਂ ਲੀਡਰਾਂ ਨੂੰ ਵੀ ਕਹਿ ਰਹੇ ਹਾਂ, ਈਵਨ ਅਕਾਲ ਤਖਤ ਸਾਹਿਬ ਤੱਕ ਵੀ SGPC, ਤੇ ਅਸਲ 'ਚ ਗੁਨਾਹਗਾਰ ਇੰਗਲੈਂਡ ਦੇ ਸਿੱਖ ਵੀ ਉਨੇ ਹੀ ਹੋਣਗੇ ਜਿੰਨੇ ਆਪਾਂ ਉਹਨਾਂ ਨੂੰ ਠਹਿਰਾ ਰਹੇ ਹਾਂ। ਮੈਂ ਜ਼ਰੂਰ ਚਾਹੁੰਦਾ ਵੀ ਇਹਦੇ ਤੇ ਵੀ ਥੋੜ੍ਹੀ ਜਿਹੀ ਤੁਸੀਂ ਤੁਹਾਡੇ ਚੋਂ FS ਵਾਲੇ ਨੁਮਾਇੰਦੇ। ਬਿਲਕੁਲ ਜੀਤਾ ਸਿੰਘ, ਤੁਹਾਡਾ ਸਵਾਲ ਜਿਹੜਾ ਬਿਲਕੁਲ ਵਾਜਬ ਆ। ਇਹਦੇ ਵਾਸਤੇ ਅਸੀਂ ਵਿਚਾਰ ਕਰਦੇ ਹਾਂ, ਕੋਈ ਪੰਥਕ ਇਕੱਠ ਵੀ ਸੱਦਿਆ ਜਾਊਗਾ ਸਾਰੇ ਇੰਗਲੈਂਡ ਦਾ, ਜਿੱਦਾਂ ਜਾਂ ਵੱਖੋ ਵੱਖ ਨਾਰਥ ਵਿੱਚ ਕਿ ਸਾਊਥ ਵਿੱਚ, ਔਰ ਇਹਦੇ ਵਾਸਤੇ ਕੋਈ ਠੋਸ ਫੈਸਲਾ ਲੈਣ ਦੀ ਜ਼ਰੂਰਤ ਆ। ਔਰ ਆਪਣੀਆਂ ਜਿਹੜੀਆਂ ਨਿੱਜੀ ਹੈਗੀਆਂ ਨਾ ਇੱਕ ਦੂਜੇ ਰੰਜਿਸ਼ਾਂ, ਉਹਨਾਂ ਨੂੰ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਉਹਨੂੰ ਕੌਮੀ ਮਸਲਾ ਬਣਾ ਕੇ ਨਜਿੱਠਣ ਦੀ ਲੋੜ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੁੱਚੀ ਕੌਮ ਦੇ ਗੁਰੂ ਆ। ਸੋ ਕਿਉਂਕਿ ਜੇ ਅਸਲ ਗੱਲ ਇਹੀ ਇੱਥੇ ਆ ਕੇ ਖਰਾਬ ਹੋ ਜਾਂਦੀ ਆ, ਕਿਉਂਕਿ ਜੇ ਕਿਸੇ ਦਾ ਵਿਚਾਰ ਨਹੀਂ ਮਿਲਦੇ ਹੈ ਨਾ, ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਤੋਂ ਪਾਸਾ ਵੱਟ ਜਾਂਦਾ ਵੀ ਸਾਨੂੰ ਕੀ, ਜਦ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਔਰ ਵਿਚਾਰ ਤਾਂ 100% ਕਿਸੇ ਨਾਲ ਵੀ ਕਿਸੇ ਦੇ ਨਹੀਂ ਮਿਲਦੇ ਹੁੰਦੇ, ਗੁਰੂ ਸਾਹਿਬ ਦਾ ਹੁਕਮ ਹੀ ਆ, ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਪਾਇਆ। ਜਦ ਕੋਈ ਕਿਸੇ ਵਰਗਾ ਹੈ ਹੀ ਨਹੀਂ ਤਾਂ 100% ਵਿਚਾਰ ਕਿੱਦਾਂ ਕਿਸੇ ਨਾਲ ਮਿਲ ਸਕਦੇ ਆ। ਸੋ ਇਸ ਕਰਕੇ ਨਾ ਆਪਣੇ ਜਿਹੜੇ ਵਿਚਾਰ ਆ ਉਹ ਕੌਮ ਪ੍ਰਸਤੀ ਵਾਲੇ ਹੋਣੇ ਰੱਖਣੇ ਚਾਹੀਦੇ ਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਥਾ ਜਾਂ ਸਤਿਕਾਰ ਵਾਲੇ ਰੱਖਣੇ ਚਾਹੀਦੇ ਆ, ਔਰ ਸਾਂਝੇ ਤੌਰ ਤੇ ਕੋਈ ਠੋਸ ਫੈਸਲਾ ਲੈਣ ਦੀ ਲੋੜ ਆ। ਅਸੀਂ ਇਹਦੇ ਬਾਰੇ ਜ਼ਰੂਰ ਵਿਚਾਰ ਕਰਾਂਗੇ। ਕੁਲਦੀਪ ਸਿੰਘ ਜੀ, ਸਭ ਤੋਂ ਵੱਡਾ ਕੁਐਸਚਨ ਇਹ ਆ ਕਿ ਜਿਹੜਾ ਉਹਨੇ ਉਹ ਕਿਤਾਬ ਕਹਿ ਰਹੇ ਇਹਨੂੰ, ਅਸੀਂ ਇਹ ਚੀਜ਼ ਡਿਫੈਂਡ ਕਰਨੀ ਹੈ ਕਿਤਾਬ ਜਿਹੜੇ ਬੰਦਿਆਂ ਦੇ, ਅਸੀਂ ਉਹਨਾਂ ਨੂੰ ਅਸੀਂ ਗੱਲ ਮੈਂ ਕਹਿ ਰਿਹਾ ਵੀ ਇਹ ਕਿਤਾਬ ਅੱਗੇ ਅਰਦਾਸ ਹੋ ਸਕਦੀ ਆ, ਨਹੀਂ ਹੋ ਸਕਦੀ ਨਾ। ਜਿਹੜਾ ਬੰਦਾ ਸੁਣਦਾ ਉਹਦੇ ਅੱਗੇ ਅਰਦਾਸ ਕੀਤੀ ਜਾਂਦੀ ਨਾ। ਪਰਸੋਂ ਦੀ ਵੀਡੀਓ ਵੇਖ ਲਓ, ਪਰਸੋਂ ਦੀ ਅਜੇ ਉਹਨਾਂ ਨੇ ਅਰਦਾਸ ਕੀਤੀ ਸੌਮਸਾ ਤੋਂ ਬਾਅਦ, ਆਪਣੀਆਂ ਮੰਗਾਂ ਰੱਖੀਆਂ ਮਹਾਰਾਜ ਅੱਗੇ ਤਾਂ ਰੱਖਦੇ ਅਰਦਾਸ ਵਿੱਚ। ਉਹ ਲਿਵਿੰਗ ਗੁਰੂ ਮੰਨਦੇ ਆ, ਫਿਰ ਉਹ ਮਰਿਆਦਾ ਵਿੱਚ ਕਿਉਂ ਨਹੀਂ ਆ ਰਹੇ? ਪਰ ਉਹਨੇ ਉਹ ਚ ਕਿਤਾਬ ਕਿਹਾ। ਦੂਜੀ ਗੱਲ ਇਹ ਆ, ਆਪਣੇ ਬੰਦੇ ਦੀ ਗੱਲ ਕਰਦਾ, ਜਿਹੜੇ ਬੰਦੇ ਕਹਿੰਦੇ ਸੀ ਕਿ ਇਹਨਾਂ ਨੇ ਗਲਤ ਕੀਤਾ, ਉਸ ਨੂੰ ਲੈ ਕੇ ਕਮਿਊਨਿਟੀ ਵਿੱਚ ਫਰਕ ਪਾਤਾ। ਤੁਸੀਂ ਦੱਸੋ, ਮੈਂ ਸ਼ਾਇਦ ਸਿੱਖ ਕੌਮ ਨੂੰ ਇੱਕ ਸਵਾਲ ਕਰਦਾ ਕਿ ਇੱਕ ਸਿੱਖ ਵੀ ਇੱਕ ਸੈਕਿੰਡ ਵਾਸਤੇ ਵੀ ਗੁਰੂ ਮਹਾਰਾਜ ਬੇਅਦਬੀ ਹੋਣ ਦਊਗਾ? ਇੱਕ ਸੈਕਿੰਡ ਵਾਸਤੇ? ਇੱਥੇ ਬੰਦੇ ਇਹ ਕਹਿ ਰਹੇ ਸੀ ਕਿ ਕਮਿਊਨਿਟੀ ਇਕੱਠੀ ਰਹਿ ਜਾਂਦੀ, ਕੀ ਫਰਕ ਪੈਣਾ ਸੀ? 5 ਸਾਲ ਹੋਰ ਵੀ ਬੇਅਦਬੀ ਹੋ ਜਾਂਦੀ, ਕਮਿਊਨਿਟੀ ਤਾਂ ਇਕੱਠੀ ਰਹਿ ਜਾਂਦੀ। ਕਿਹੜਾ ਸਿੱਖ ਆ? ਉਹ ਸੰਸਦ ਸਾਡੇ ਮੁਖੀਆਂ ਵਿੱਚੋਂ ਵੀ ਆਉਂਦੇ ਆ, ਮੈਂ ਨਾਂ ਨਹੀਂ ਲੈਣਾ, ਪਰ ਇਸ ਬੰਦਿਆਂ ਨੂੰ ਇੱਕ ਪਾਸੇ ਅਸੀਂ ਕਹਿ ਰਹੇ ਕਿ ਭੇਡਾਂ ਅਸੀਂ ਨੰਗੀਆਂ ਕਰਨੀਆਂ ਨੇ, ਭੇਡਾਂ ਸਾਡੇ 'ਚ ਹੈ। ਹਾਂ, ਭੇਡਾਂ ਨੰਗੀਆਂ ਕਰਨ ਦੀ ਤਾਂ ਗੱਲ ਕਰਨੀ ਚਾਹੀਦੀਆਂ। ਤੇ ਜਿਹੜਾ ਦੂਜੇ ਪਾਸੇ ਅਸੀਂ ਨਾਮ ਇੱਥੇ ਕਿਸੇ ਦੀ ਪਾਰਸ਼ੈਲਿਟੀ ਨਹੀਂ ਹੋਣੀ ਚਾਹੀਦੀ, ਇੱਥੇ ਕਿਸੇ ਧੜੇਬਾਜ਼ੀ ਨਹੀਂ ਹੋਣੀ ਚਾਹੀਦੀ। ਇੱਥੇ ਬੰਦੇ ਜਿਹੜੇ ਇਦਾਂ ਦੇ ਕੰਮ ਕਰਦੇ ਆ ਵੀ ਉਧਰ ਵੀ ਤੇ ਇੱਧਰ ਵੀ, ਉਹਨਾਂ ਬੰਦਿਆਂ ਨੂੰ ਨੰਗੇ ਕਰਨਾ ਚਾਹੀਦਾ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ, ਇੱਥੇ ਮੇਲ ਤੇ ਨਹੀਂ, ਇੱਥੇ ਭਾਈਵਾਦ ਨਹੀਂ, ਚਾਚਾਵਾਦ ਨਹੀਂ, ਇੱਥੇ ਸਿੱਧੀ ਗੱਲ ਚੱਲਣ ਚ ਬਣੀ ਆ ਵੀ ਗੁਰੂ ਮਹਾਰਾਜ ਦੀ ਮਰਿਆਦਾ, ਇੱਥੇ ਇਦਾਂ ਚੱਲਣਾ ਪੈਣਾ, ਦ੍ਰਿੜਤਾ ਦੇ ਨਾਲ ਚੱਲਣਾ ਪੈਣਾ, ਸਾਰਿਆਂ ਨੂੰ ਇੱਕੋ ਰਸਤੇ ਚੱਲਣਾ ਪੈਣਾ। ਜਿਹਨੇ ਇੱਧਰਲੀ ਗੱਲ ਕਰਨੀ ਆ ਕਿ ਮੈਂ ਉਹਨਾਂ ਨੂੰ ਜੱਫੀ ਪਾ ਲਵਾਂ, ਇੱਧਰ ਜੱਫੀ ਪਾ ਲਵਾਂ, ਵੇਖੋ ਸਾਡਾ ਕੋਈ ਵੈਰੀ ਨਹੀਂ, ਦੁਸ਼ਮਣ ਨਹੀਂ, ਸਾਰੇ ਧਰਮ ਇੱਕੋ ਜਿਹੇ ਆ, ਸਾਰਾ ਸਤਿਕਾਰ ਅਸੀਂ ਕਰਦੇ ਆ, ਪਰ ਸਾਡੇ ਧਰਮ ਨੂੰ ਆਂਚ ਨਾ ਕੋਈ ਦੇਵੇ, ਹਨਾ। ਤੇ ਜੇ ਕੋਈ ਕਹੇ ਕਮਿਊਨਿਟੀ ਇਕੱਠੀ ਕਰਕੇ, ਹਾਂ ਰੱਖ ਲਓ, ਕਮਿਊਨਿਟੀ ਇਕੱਠੀ ਕਰ ਲਓ। ਹੁਣ ਜਾ ਕੇ ਮਹਾਰਾਜ ਅਜੇ ਬੇਅਦਬੀ ਹੋ ਰਹੀ ਆ, ਉਹ ਜਾ ਕੇ ਸਤਿਕਾਰ ਨਾਲ ਲਿਆਉਣ ਤੇ ਗੱਲ ਖਤਮ ਕਰਨ, ਉਹ ਲਿਆਉਣ ਜਾ ਕੇ ਉਸੇ ਸਤਿਕਾਰ ਬਹਾਲ ਕਰ ਲੈਣ, ਜਾਂ ਮਹਾਰਾਜ ਦਾ ਜਿਹੜਾ ਸਰੂਪ ਹੈ ਮਹਾਰਾਜ ਦੇ ਉਹ ਲਿਆਉਣ। ਅਸੀਂ ਤਾਂ ਕਹਿੰਦੇ ਕਮਿਊਨਿਟੀ ਇਕੱਠੀ ਰਹੇ, ਸਾਰਾ ਸਤਿਕਾਰ ਹੋਵੇ, ਪਰ ਮਰਿਆਦਾ ਵਿੱਚ ਹੋਵੇ, ਨਾ ਕਿ ਉਹ ਸਾਡੇ ਸਾਹਮਣੇ ਟੇਬਲਾਂ ਤੇ ਬੈਠ ਕੇ ਸਾਡੇ ਗੁਰੂ ਦੀ ਬੇਅਦਬੀ ਕਰੀ ਜਾਣ। ਇੱਕ ਕਿਤਾਬ ਬਣਾ ਕੇ ਰੱਖ ਦਿੱਤੀ ਇਹਨਾਂ ਨੇ,
ਤਾਂ ਅਸੀਂ ਕਹੀਏ ਜੀ ਨਹੀਂ ਆਪਾਂ ਉਹਨਾਂ ਨੂੰ ਕਹਿਣਾ ਕੁਛ ਨਹੀਂ ਹੈਗਾ, ਕਿਤਾਬ ਉਹ ਕਿਤਾਬ ਬਣਾਉਂਦੇ ਆ, ਆਪਾਂ ਕਹਿੰਦੇ ਨਹੀਂ ਇਦਾਂ ਨਹੀਂ ਕਰਨਾ, ਆਪਾਂ ਲਿਆਉਣਾ ਨਹੀਂ ਉਹਨਾਂ ਕੋਲੋਂ। ਇਹਦੇ ਬਾਰੇ ਗੌਰ ਕਰੋ ਕਿ ਜਿਹੜੇ ਬੰਦੇ ਇਹ ਵੀ ਸੋਚਦੇ ਆ ਵੀ ਉਹ ਕੋਈ ਨਹੀਂ ਯਾਰ, ਆਪਾਂ ਕਮਿਊਨਿਟੀ ਇਕੱਠੀ ਰੱਖਣੀ ਆ, ਇਦਾਂ ਜਾਣਾ ਨਹੀਂ, ਲੈਣ ਨਹੀਂ ਜਾਣਾ, ਉਹਨਾਂ ਨੂੰ ਪਛਾਣਨ ਵਾਲੇ। ਇਸ ਵੇਲੇ ਕੁਲਦੀਪ ਜੀ ਤੁਹਾਡੇ ਕੋਲ ਮਸਲਾ ਕੀ ਪਤਾ ਕੀ ਆ, ਚਾਹੇ ਤਾਂ ਸੁਪਰੀਮ ਕੋਰਟ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਕਿਤਾਬ ਬਣ ਗਈ, ਇਹ ਤੁਹਾਨੂੰ ਦੱਸ ਦਿੰਦੇ ਚਾਹੁੰਦਾ ਇਸ ਵੇਲੇ ਹੋਰ ਜਿਹੜੀ ਆਪਾਂ ਉਹਨਾਂ ਨੂੰ ਡਿਜ਼ਾਈਨ ਬਣਾਉਣ ਚਿੱਠੀਆਂ ਦਿੱਤੀਆਂ ਜਾ ਸਕਦੀਆਂ, ਲੇਕਿਨ ਜਿਹੜਾ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਹੈਗਾ ਵੀ ਇਹ ਲਿਵਿੰਗ ਗੁਰੂ ਨਹੀਂ, ਇਹ ਕਿਤਾਬ ਹੈ ਸਾਡੇ ਲਈ। ਇਹ ਜੋ ਬਸ ਉਹ ਅਦਾਲਤ ਵਿੱਚ ਜਿਹੜਾ ਕੇਸ ਗਿਆ ਉਹਨਾਂ ਨੇ ਇਹੋ ਕਿਹਾ ਕਿ ਇਹ ਸਤਿਕਾਰ, ਮੈਂ ਨਾਂ ਲੈ ਰਿਹਾ ਕਿਉਂਕਿ ਨਾਮ ਚੱਲ ਪਿਆ ਉਹਨਾਂ ਦਾ ਜੋ ਹੈਗਾ ਕਿ ਓਪਨ ਆ ਉਹ ਜਿਹੜੀ ਡਿਬੇਟ ਹੋ ਰਹੀ ਹੈ, ਉਹਨਾਂ ਨੇ ਕਿਹਾ ਕਿ ਸਤਿਕਾਰ ਕਮੇਟੀ ਦੇ ਜਿਹੜੇ ਸਿੰਘ ਆ ਇਹ ਜਿੰਦਾ ਜਾਗਦਾ ਗੁਰੂ ਮੰਨਦੇ ਆ ਤੇ ਇਹ ਸਤਿਕਾਰ ਕਰਦੇ, ਬੈੱਡ ਲਾਉਂਦੇ ਆ, ਇਹ ਇਦਾਂ ਕਰਦੇ ਆ। ਹੁਣ ਕਿਹੜੇ ਗੁਰੂ ਘਰ ਨਹੀਂ ਬੈੱਡ ਲੱਗਾ? ਸਾਰੇ ਗੁਰੂ ਘਰਾਂ 'ਚ ਬੈੱਡ ਲੱਗੇ ਆ, ਤਖਤ ਲੱਗੇ ਹੋਏ ਆ, ਤਖਤ ਤੇ ਮਹਾਰਾਜ ਕੋਈ ਸੁਸ਼ੋਭਨ ਹੁੰਦੇ ਆ, ਸਾਰੇ ਗੁਰੂ ਘਰਾਂ 'ਚ ਬਹੁਤ ਮਾਣ ਵਡਿਆਈ ਮਹਾਰਾਜ ਦੀ ਹੋ ਰਹੀ ਆ। ਅਸੀਂ ਮੰਨਦੇ ਆ ਸਾਡਾ ਬਾਦਸ਼ਾਹ ਰਾਜਾ ਦਾ ਰਾਜਾ ਸਾਡਾ ਗੁਰੂ ਗ੍ਰੰਥ ਸਾਹਿਬ ਹੈਗੇ ਆ, ਅਸੀਂ ਮੰਨਦੇ ਆ ਜਿਹਦਾ ਜਗਤ ਗੁਰੂ ਸਾਡਾ ਹੈਗਾ ਆ। ਪਰ ਜਿਹੜੇ ਨਹੀਂ ਮੰਨਦੇ ਉਹ ਨਾ ਮੰਨਣ, ਪਰ ਅਸੀਂ ਕਿਸੇ ਨੂੰ ਧੱਕੇ ਨਾਲ ਮਨਾਉਂਦੇ ਨਹੀਂ, ਹਨਾ। ਇਸ ਕਰਕੇ ਸਾਡੇ ਤੇ ਠੋਸਿਆ ਜਾ ਰਿਹਾ ਕਿ ਇਸ ਨੂੰ ਇੱਕ ਕਿਤਾਬ ਬਣਾਇਆ ਜਾਵੇ, ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ। ਭਾਈ ਸਾਹਿਬ ਜਿਹੜਾ ਕੋਰਟ ਵਿੱਚ ਕੇਸ ਗਿਆ ਆ ਉਹਦੇ ਵਿੱਚ ਕੋਈ ਵਿਟਨੈਸ ਜਾਂ ਕੋਈ ਦੂਸਰੀ ਧਿਰ ਵੱਲੋਂ ਜਿਹੜਾ ਆ ਉਹ ਕੇਸ ਚੋਰੀ ਦਾ ਪਾਇਆ ਗਿਆ ਕਿ ਜਦੋਂ ਸਿੰਘਾਂ ਨੇ ਉਹਨਾਂ ਨੂੰ ਆਈਟਮ ਕਿਹਾ ਗਿਆ, ਮੇਰੇ ਸਵਾਲ ਪਹਿਲਾਂ ਪੂਰਾ ਸੁਣ ਲਿਓ, ਉਹਨਾਂ ਪ੍ਰਸਾਈਜ਼ ਉੱਤਰ ਹੀ ਦਿਓ ਇਹਦਾ ਬਈ ਜਦੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਿੰਘ ਉੱਥੋਂ ਲਿਆ ਆ, ਚਾਹੇ ਜਿੰਨੇ ਵੀ ਸੀ, ਇੱਕ ਸੀ ਭਾਵੇਂ 8 ਭਾਵੇਂ 10 ਹੋਣ, ਸਤਿਕਾਰ ਇੱਕੋ ਜਿਹਾ ਹੁੰਦਾ। ਜਦੋਂ ਉਹ ਸਰੂਪ ਲੈ ਆਂਦਾ ਉਸ ਤੋਂ ਬਾਅਦ ਪੁਲਿਸ ਵੀ ਉੱਥੇ ਮੌਜੂਦ ਸੀ, ਸਾਰੇ ਸਿੰਘ ਮੌਜੂਦ ਸੀ, ਉਹਨਾਂ ਨੇ ਤੁਹਾਡੇ ਉੱਤੇ ਜਿਹੜਾ ਆ ਚੋਰੀ ਦਾ ਕੇਸ ਪਾ ਦਿੱਤਾ ਕਿ ਇਹਨਾਂ ਨੇ ਸਾਡੇ ਆਈਟਮ ਚੋਰੀ ਕੀਤੀ। ਬੇਸਿਕਲੀ ਇਹੀ ਕਿਹਾ ਗਿਆ ਨਾ ਉਹਦੇ ਵਿੱਚ, ਆਈਟਮ ਜਿਹੜੀ ਸਾਡੀ ਇਹਨਾਂ ਨੇ ਚੋਰੀ ਕੀਤੀ, ਹਾਲਾਂਕਿ ਪੁਲਿਸ ਉੱਥੇ ਮੌਜੂਦ ਸੀ। ਜਦੋਂ ਹੁਣ ਜਿਹੜਾ ਕੇਸ ਆ ਕੋਰਟ ਦੇ ਵਿੱਚ ਚਲਾ ਗਿਆ, ਪੁਲਿਸ ਨੇ ਵੀ ਤਾਂ ਆਪਣੀ ਸਟੇਟਮੈਂਟ ਦਿੱਤੀ ਹੋਊਗੀ, ਤੁਹਾਡੇ ਵਕੀਲਾਂ ਦੇ ਕੋਲ ਆਈ ਹੋਊਗੀ, ਪੁਲਿਸ ਨੇ ਵੀ ਆਪਣੀ ਉਹਦੇ ਵਿੱਚ ਸਟੇਟਮੈਂਟ ਦਿੱਤੀ ਹੋਊਗੀ ਕਿਉਂਕਿ ਪੁਲਿਸ ਮੌਜੂਦ ਸੀ। ਸੋ ਸਾਨੂੰ ਇਹ ਵੀ ਪਤਾ ਲੱਗਾ ਕੋਈ ਤੁਹਾਡੀ ਸਿੱਖਾਂ ਦੀ ਕੋਈ ਬੋਡੀ ਦੇ ਵਿੱਚੋਂ ਜਿਹੜਾ ਆ ਕਿਸੇ ਨੇ ਉਹਨਾਂ ਦੇ ਫੇਵਰ ਦੇ ਵਿੱਚ ਸਟੇਟਮੈਂਟ ਦਿੱਤੀ ਹੈ, ਇਹ ਸੱਚ ਹੈ? ਇਹ ਕਿਹਾ ਗਿਆ ਕਿ ਮੈਂ ਵੀ ਜੋ ਸੁਣਿਆ ਵੀ ਜਿਹੜੇ ਨਹੀਂ ਸੁਣੀ ਸੁਣਾਈ ਗੱਲ ਹੈ ਜਾਂ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ, ਤੁਹਾਡੇ ਕੋਲ ਕੋਈ ਡਾਕੂਮੈਂਟੇਸ਼ਨ ਉਹ ਹੈਗੀ ਆ ਵੀ ਉਹ ਕਿਸੇ ਬੰਦੇ ਨੇ ਕਿਹਾ ਆ ਕਿ ਜਿਹੜਾ ਬੰਦਾ ਸੰਸਥਾ ਵਿੱਚ ਹੀ ਆ, ਹੁਣ ਨਾਂ ਨਹੀਂ ਲੈ ਰਿਹਾ, ਉਸਨੇ ਕਿਹਾ ਕਿ ਇਹ ਬੰਦੇ ਜਿਹੜੇ ਗਏ ਆ ਆਪਣੀ ਮਰਜ਼ੀ ਨਾਲ ਗਏ ਆ, ਅਜੇ ਕਿ ਉਹਨੂੰ ਪੁੱਛ ਕੇ ਗਏ ਆ। ਮਤਲਬ ਕਿਸੇ ਸਿੱਖਾਂ ਦੀ ਕਿਹੜੀ ਸੰਸਥਾ? ਮੈਂ ਹੁਣ ਇਸ ਨਾਂ ਲੈਣਾ ਜ਼ਰੂਰੀ ਨਹੀਂ ਸਮਝਦਾ ਕਿਉਂਕਿ ਇਹਦੇ ਕਈ ਰੀਜਨ ਆ, ਉਹ ਬਸ ਦੱਸ ਸਕਦੇ ਆ ਕਿਉਂਕਿ ਹਲੇ ਲਾਈਵ ਚੱਲ ਰਿਹਾ ਸਭ ਕੁਝ। ਮਤਲਬ ਸਿੱਖਾਂ ਦੀ ਕੋਈ ਵੱਡੀ ਸੰਸਥਾ ਜਾਂ ਛੋਟੀ ਸੰਸਥਾ? ਵੱਡੀ ਸੰਸਥਾ। ਸਿੱਖਾਂ ਦੀ ਵੱਡੀ ਸੰਸਥਾ ਦਾ ਇੱਕ ਨੁਮਾਇੰਦਾ ਜਿਹੜਾ ਆ ਉਹ ਕਹਿ ਰਿਹਾ ਕਿ ਆਪਣੀ ਮਰਜ਼ੀ ਨਾਲ ਗਏ ਆ, ਮਤਲਬ ਉਹਨੇ ਕੋਈ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਹੋ ਰਹੀ ਬੇਅਦਬੀ ਆ ਉਹਦੇ ਫੇਵਰ ਦੀ ਗੱਲ ਨਹੀਂ ਕੀਤੀ, ਉਹਦੇ ਐਂਟੀ ਗੱਲ ਕੀਤੀ, ਮਤਲਬ ਦੂਸਰੀ ਸਾਈਡ ਤੇ ਗੱਲ ਵੀ ਉਹ ਬੰਦਿਆਂ ਨੂੰ ਤੁਸੀਂ ਆਪਣੀ ਮਰਜ਼ੀ ਤੇ ਡਿਪੈਂਡ ਕਰਦਾ ਕਿ ਆਪਣੀ ਮਰਜ਼ੀ ਨਾਲ ਗਏ ਆ, ਅਜੇ ਕਿ ਉਹ ਪੁੱਛ ਕੇ ਗਏ ਆ, ਸਾਰੇ ਸਿੰਘ ਬੈਠੇ, ਇਹਨਾਂ ਨੇ ਦੱਸ ਹੀ ਦਿੱਤਾ, ਕਲੀਅਰ ਕਰ ਦਿੱਤਾ ਕਿ ਅਸੀਂ ਭੇਜੇ ਆ ਤੇ ਸਾਡੇ ਨੂੰ ਗਏ ਆ, ਇਦਾਂ ਹੀ ਉਹ ਸਾਰਿਆਂ ਨੂੰ ਪੁੱਛ ਕੇ ਗਏ ਆ, ਹਨਾ, ਉਹਨਾਂ ਦੇ ਇਹਨਾਂ ਸਵਾਲ ਨਾਲ ਗਏ ਆ। ਮੇਰੇ 3 ਛੋਟੇ ਜਿਹੇ ਸਵਾਲ ਨੇ, ਹਾਂ ਨਾ ਦੇ ਵਿੱਚ ਉੱਤਰ ਹੋ ਜਾਏਗਾ। ਇਸ ਵੇਲੇ ਜੇਕਰ ਅਸੀਂ ਦੇਖੀਏ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬੇਦਬੀ ਹਲੇ ਵੀ ਉੱਥੇ ਹੋ ਰਹੀ ਹੈ, 2019 ਤੋਂ ਬਾਅਦ ਕੋਈ ਅਸੀਂ ਟਰੈਕ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਕਿੰਨਿਆਂ ਹੋਰ ਮੰਦਰਾਂ ਦੇ ਵਿੱਚ ਜਾਂ ਕਿੰਨਿਆਂ ਹੋਰ ਅਜਿਹੇ ਧਾਰਮਿਕ ਥਾਵਾਂ ਦੇ ਉੱਤੇ ਅਜਿਹਾ ਪ੍ਰਕਾਸ਼? ਵੈਸੇ ਉਹ ਅਦਾਲਤਾਂ ਵਿੱਚ ਬਹੁਤ ਮਹਾਰਾਜ ਦੇ ਛੋਟੇ ਸੂਪ ਸੀਗੇ, ਗੁਟਕੇ ਸੀਗੇ, ਜਿੱਥੇ ਸਹੁੰ ਪਾਈ ਜਾਂਦੀ ਹੈ ਮਹਾਰਾਜ ਦੇ ਹੱਥ ਰਖਾ ਕੇ ਜੀ, ਉਹਨਾਂ ਨੇ ਰੱਖੇ ਵੀ ਇਦਾਂ ਮਤਲਬ ਇਦਾਂ ਆਪਾਂ ਬੈਠੇ ਆ ਥੱਲੇ ਟੇਬਲਾਂ ਤੇ ਇਦਾਂ ਰੱਖੇ ਹੁੰਦੇ ਸੀਗੇ ਤੇ ਉੱਥੋਂ ਸਿੰਘ ਸਤਿਕਾਰ ਕਮੇਟੀ ਦੇ ਸਿੰਘ ਲੈ ਕੇ ਆਏ ਆ। ਇਹ 2019 ਤੋਂ ਬਾਅਦ ਦੱਸ ਰਹੇ ਬਹੁਤ ਚਿਰ ਤੋਂ ਹੀ 2015 ਤੋਂ ਲੈ ਕੇ ਜਾਣ ਕੇ ਚੱਲ ਰਿਹਾ ਕੰਮ, ਹੁਣ ਵੀ ਜਾਣ ਕੇ ਜਿੱਥੇ ਪਤਾ ਲੱਗਦਾ ਸਿੰਘ ਅਜੇ ਵੀ ਜਾਂਦੇ ਆ ਜੀ, ਉਹਨਾਂ ਨੂੰ ਬੇਨਤੀ ਕਰਦੇ ਆ, ਉਹ ਕਹਿੰਦੇ ਇੰਨਾ ਤੁਸੀਂ ਸਤਿਕਾਰ ਕਰਦੇ ਹੋ। ਅਦਾਲਤਾਂ ਵਾਲੇ ਹੈਰਾਨ ਹੋ ਜਾਂਦੇ ਆ ਜਦੋਂ ਉੱਥੇ ਹੀ ਉੱਥੇ ਮਹਾਰਾਜ ਦਾ ਸੁੱਖ ਆਸਣ ਕੀਤਾ ਜਾਂਦਾ, ਸੁੱਖ ਆਸਣ ਕਰਕੇ ਬੜੇ ਪਿਆਰ ਦੇ ਸਤਿਕਾਰ ਦੇ ਨਾਲ ਛਤਰ ਚਲਾ ਕੇ ਉੱਥੋਂ ਜਦੋਂ ਮਹਾਰਾਜ ਲੈ ਜਾਂਦੇ ਆ, ਉਹ ਜੱਜ ਵੀ ਹੱਥ ਜੋੜ ਕੇ ਖੜੇ ਹੋ ਜਾਂਦੇ ਆ, ਇੰਨਾ ਸਤਿਕਾਰ ਕਰਦੇ ਹੋ ਤੁਸੀਂ, ਇੰਨਾ ਗੁਰੂ ਗ੍ਰੰਥ ਸਾਹਿਬ ਨੂੰ ਲਿਵਿੰਗ ਗੁਰੂ ਮੰਨਦੇ ਹੋ, ਹਨਾ। ਪਰ ਇਹ ਜਿਹਨਾਂ ਨੂੰ ਸਮਝਾ ਰਹੇ ਆ ਉਹ ਸਮਝ ਨਹੀਂ ਰਹੇ, ਜਿਹੜੇ ਗੋਰੇ ਦੇਖਦੇ ਹੀ, ਇੱਕ ਗੋਰੇ ਦੀ ਗੱਲ ਆ ਕਿ ਉਹਨੂੰ ਪਤਾ ਲੱਗਿਆ ਕਿ ਇੰਨਾ ਸਤਿਕਾਰ ਕਰਦੇ ਹੋ, ਉਹ ਕਹਿੰਦੇ ਅਗਲੀ ਵਾਰ ਦੱਸੋ ਜਿੱਥੇ ਤੁਸੀਂ ਜਾਣਾ, ਉਹ ਗੋਰੇ ਨੇ ਦੱਸਤਾ ਕਿ ਇੱਥੇ ਜਾ ਰਹੇ ਆ, ਉਸ ਗੋਰੇ ਨੇ ਸਾਰੀ ਸਫਾਈ ਕੀਤੀ, ਅਜੇ ਬਹੁਤ ਅਹੁਦੇ ਤੇ ਸੀ ਉਹ, ਤੇ ਫੁੱਲ ਵੀ ਲੈ ਕੇ ਆਇਆ ਉਹ। ਗੱਲ ਕਰਦੇ ਜਿਨ੍ਹਾਂ ਨੂੰ ਸਮਝ ਆ ਜਾਂਦੀ ਆ ਉਹ ਤਾਂ ਰੱਬ ਮੰਨਣ ਲੱਗ ਪੈਂਦੇ ਆ, ਪਰ ਜਿਹਨਾਂ ਨੂੰ ਸਮਝ ਨਹੀਂ ਆ ਅਜੇ ਵੀ ਰੱਬ ਨਹੀਂ ਮੰਨਦੇ,
ਤੇ ਬੇਨਤੀ ਆ ਕਿ ਕਿਸ ਤਰ੍ਹਾਂ ਸਾਰੇ ਚਲੋ ਦੂਸਰੇ ਸਵਾਲ ਦਾ ਵੀ ਜਵਾਬ ਦਿੱਤਾ। ਤੀਸਰਾ ਇਹ ਸੀਗਾ ਕਿ 2019 ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਉੱਥੇ ਸਭ ਕੁਝ ਉਹੀ ਹੋ ਰਿਹਾ ਹੈ, ਸੰਸਥਾਵਾਂ ਨੇ ਜੋ ਕੁਝ ਅਸੀਂ ਕੀਤਾ ਸੋਚਿਆ ਸੀ ਇੱਕ ਕਿ ਕੇਸ ਹੋਰ ਪਵਾ ਅਸੀਂ ਰਿਹਾ। ਸੋਚਿਆ ਸੀ ਪਿਛਲੇ ਸਾਲ ਤੋਂ ਬਾਅਦ 'ਚ ਨਹੀਂ ਹੋ ਰਿਹਾ, ਠੀਕ। ਪਰ ਜਿੱਦਾਂ ਪਰਸੋਂ ਚੌਥ ਦੀਆਂ ਅਸੀਂ ਉਹ ਦੇਖ ਰਹੇ ਹਾਂ ਫੇਸਬੁੱਕ ਤੇ ਉਹਨਾਂ ਦਾ ਠੀਕ। ਜੋ ਚੱਲਣ ਡਿਆ ਪ੍ਰੋਗਰਾਮ, ਉਹ ਸਾਰਾ ਜਿੱਦਾਂ ਸੋਗਮ ਸਾਹਿਬ ਕਰਦੇ ਆ, ਉੱਤੇ ਲਿਖਿਆ ਵੀ ਹੈਗਾ ਵੀ 3 ਦਿਨ ਅਸੀਂ ਆਹ ਪ੍ਰੋਗਰਾਮ ਕਰਦੇ ਆ ਤੇ ਅਰਦਾਸ ਵੀ ਇਦਾਂ ਹੀ ਕਰਦੇ ਆ ਤੇ ਟੋਪੀਆਂ ਪਾਈਆਂ ਹੋਈਆਂ ਸਭ ਕੁਝ। ਇਹ ਕੇਸ ਦੇ ਵਿੱਚ ਐਜ਼ ਐਵੀਡੈਂਸ ਨਹੀਂ ਯੂਜ਼ ਹੋ ਸਕਦਾ ਕਿ ਹਾਂਜੀ ਇਹ ਹਾਂਜੀ ਦੇਖੋ ਸਾਰਾ ਹਲੇ ਕੁਝ ਹੋਗਾ। ਹਾਂਜੀ ਹਾਂਜੀ ਉਹ ਸਾਰਾ ਕੁਝ ਡਾਊਨਲੋਡ ਹੋ ਗਿਆ ਆ। ਠੀਕ। ਤੇ ਉਹ ਹੋਗਾ ਕਿ ਇੱਕ ਬੰਦੇ ਤੇ ਇਹ ਕਹਿੰਦੇ ਆ ਕਿ ਸਾਡੇ ਤੇ ਇਹ ਐਲੀਗੇਸ਼ਨ ਹੁੰਦੇ ਆ ਕਿ ਇਹ ਗੁਰੂ ਗ੍ਰੰਥ ਸਾਹਿਬ ਨੂੰ ਰੱਬ ਮੰਨਦੇ ਆ ਜੀ। ਤੇ ਜਿੰਦਾ ਜਾਗਦਾ ਗੁਰੂ ਮੰਨਦੇ ਆ। ਦੂਜੇ ਬੰਨੇ ਇਹ ਖੁਦ ਆਪ ਇਹ ਅਰਦਾਸ ਕਰਦੇ ਆ। ਇੱਕ ਸਵਾਲ ਭਾਈ ਸਾਹਿਬ ਤੁਹਾਨੂੰ ਆ, ਐਫਐਸ ਵਾਲੇ ਸਾਰੇ ਸਿੰਘ ਇੱਥੇ ਬੈਠੇ ਆ, ਵੀ ਜਿਹੜੀ ਗੱਲ ਤੁਸੀਂ ਦੱਸੀ ਆ ਕਿ ਕੋਈ ਸਿੱਖਾਂ ਦੀ ਵੱਡੀ ਬੋਡੀ ਦੇ ਕਿਸੇ ਨੁਮਾਇੰਦੇ ਨੇ ਜਿਹੜੀ ਹੈ ਉਹ ਉਹਨਾਂ ਦੇ ਖਿਲਾਫ ਸਟੇਟਮੈਂਟ ਇੱਕ ਕਿਸਮ ਦੀ ਉਹਨਾਂ ਦੇ ਖਿਲਾਫ ਜਾ ਰਹੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਲੇ ਸੀ। ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੈ? ਮਤਲਬ ਕਿਸੇ ਜਿਹੜੇ ਵੀ ਬੰਦੇ ਨੇ ਕਿਹਾ ਤੁਹਾਨੂੰ ਉਹਨਾਂ ਦੇ ਬਾਰੇ ਪਤਾ? ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਨੂੰ ਨਾ ਦੱਸੋ, ਮੈਂ ਸਿਰਫ ਤੁਹਾਨੂੰ ਪੁੱਛ ਰਿਹਾ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੈ? ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜੀ ਆਪਣੀ ਸੰਸਥਾ ਨੇ ਆਪਣੇ ਬੰਦੇ ਦੇ ਖਿਲਾਫ ਦਿੱਤਾ ਹੋਈ ਹੈ? ਹਾਂਜੀ ਹਾਂਜੀ ਹਾਂਜੀ। ਜਿੱਦਾਂ ਨਾ ਤੁਸੀਂ ਪਹਿਲਾਂ ਵੀ ਕੁਐਸਚਨ ਕੀਤਾ ਸੀ ਵੀ ਨੁਮਾਇੰਦਾ ਜਥੇਬੰਦੀ ਦਾ, ਉਹ ਜਥੇਬੰਦੀ ਦਾ ਨੁਮਾਇੰਦਾ ਨਹੀਂ, ਉਹ ਜਥੇਬੰਦੀਆਂ ਦੀ ਜਥੇਬੰਦੀ ਦਾ ਹੈੱਡ ਆ। ਇੰਨਾ ਕੁ ਮੈਂ ਇਸ਼ਾਰਾ ਕਰ ਦਿੰਦਾ। ਅੱਛਾ ਜੀ। ਨੁਮਾਇੰਦਾ ਨਹੀਂ, ਜਥੇਬੰਦੀਆਂ ਮਤਲਬ ਦੀ ਸਿੱਖਾਂ ਦੀ ਜਥੇਬੰਦੀ ਹੋਵੇ ਤੇ ਉਹਦਾ ਹੈੱਡ ਹੋਵੇ। ਜਥੇਬੰਦੀਆਂ ਦੀ ਜਥੇਬੰਦੀ ਦਾ, ਇੱਕ ਦਾ ਨਹੀਂ, ਪਲੱਸ ਗੁਰਦੁਆਰਿਆਂ ਦਾ। ਜਥੇਬੰਦੀਆਂ ਦੀ ਜਥੇਬੰਦੀ ਦਾ ਹੈੱਡ ਆ। ਮੇਰੇ ਕੋਲ ਤੇ ਉਹਦੀ ਰਿਟਨ ਸਟੇਟਮੈਂਟ ਕੋਈ ਨਹੀਂ ਤੇ ਮੈਂ ਸ਼ਾਇਦ ਨਾਮ ਵੀ ਲੈ ਦਿੰਦਾ। ਜਿੰਨਾ ਕੋਈ ਮੈਨੂੰ ਪਤਾ ਲੱਗਾ ਉਹ ਮੈਂ ਦੱਸ ਰਿਹਾ। ਕੋਈ ਮੈਨੂੰ ਨਾਂ ਲੈਣ 'ਚ ਕੋਈ ਏਡੀ ਬਹੁਤੀ ਪ੍ਰੋਬਲਮ ਨਹੀਂ ਹੈਗੀ। ਜਿਹਨੇ ਜ਼ਿੰਮੇਵਾਰੀ ਲੈਣੀ ਹੈ ਨਾ ਕਿ ਸੰਸਥਾ ਦਾ ਮੁਖੀ ਹੋਣ ਦੀ, ਉਹਨੂੰ ਵੀ ਥੋੜਾ ਬੋੜਾ ਪਿੰਡੇ ਤੇ ਆਪਣੇ ਸੇਕ ਵੀ ਚਲਾਉਣਾ ਚਾਹੀਦਾ। ਜਿਹੜਾ ਕਿ ਸਾਡੇ ਬੰਦੇ ਆਪਣੇ ਪਿੰਡੇ ਦੇ ਚੱਲਦੀ ਵੀ ਆ ਕਿਤੇ ਹੋਰ ਦੇ ਸਿਰ ਪਾ ਦਿੰਦੇ ਆ। ਸੋ ਇਹ ਕਲੀਅਰ ਆ ਵੀ ਉਹ ਮੁਖੀ ਆ ਸੰਸਥਾ ਦਾ, ਇੱਕ ਦਾ ਨਹੀਂ ਬਹੁਤੀਆਂ ਦਾ। ਪਰ ਆਹ ਸਵਾਲ ਇਹ ਵੀ ਇੱਕ ਵਾਰ ਮੈਂ ਬੇਨਤੀ ਕਰਾਂ, ਆਪਾਂ ਨੂੰ ਬਾਰ-ਬਾਰ ਇਹ ਸਵਾਲ ਕਰਨ ਦੀ ਲੋੜ ਨਹੀਂ ਕਰਕੇ ਕੋਰਟ ਦੇ ਵਿੱਚ ਇਹ ਕਿਹਾ ਜਾਣਾ ਇੰਟੀਮੀਡੇਸ਼ਨ ਵਿਟਨੈਸ ਦੀ ਕੀਤੀ ਜਾ ਰਹੀ ਹੈ ਜਾਂ ਗਵਾਹੀ ਕੀਤੀ ਜਾ ਰਹੀ ਹੈ। ਸੋ ਪਲੀਜ਼ ਆਪਾਂ ਜਿਹੜੀ ਗੱਲ ਕਰਨ ਵਾਲੀ ਜਿੰਨੀ ਕਰ ਸਕਦੇ। ਨਹੀਂ, ਪ੍ਰੈਸ ਦਾ ਤਾਂ ਕੰਮ ਹੈ ਜੀ ਤੁਹਾਨੂੰ ਸਵਾਲ ਕਰਨੇ, ਉਹ ਤੁਸੀਂ ਉਹਦਾ ਜਵਾਬ ਦੇਣਾ ਨਹੀਂ ਦੇਣਾ ਉਹ ਤੁਹਾਡੇ ਤੇ ਹੈ। ਇਹ ਬੇਨਤੀ ਹੈ ਕਿ ਆਪਾਂ ਇਸ ਮੁੱਦੇ ਤੇ ਹੋਰ ਗੱਲ ਨਾ ਕਰੀਏ ਕਿਉਂਕਿ ਕੋਰਟ 'ਚ ਕੇਸ ਗਿਆ, ਉਹਨਾਂ ਬੰਦਿਆਂ ਦੀਆਂ ਗਵਾਹੀਆਂ ਆ ਤੇ ਜਦੋਂ ਗਵਾਹੀਆਂ ਆ ਗਈਆਂ ਕੋਰਟ ਦੇ ਵਿੱਚ ਫਿਰ ਸਾਰਾ ਕੁਝ ਸੰਗਤ ਨੂੰ ਆਪੇ ਪ੍ਰਗਟ ਹੋ ਜਾਣਾ। ਜਦ ਤੱਕ ਕੇਸ ਦੇ ਵਿੱਚ ਕੋਈ ਮਸਲਾ ਨਾ ਖੜਾ ਹੋ ਜਾਵੇ ਆਪਾਂ ਨੂੰ ਤੇ ਯਾਦ ਰੱਖਣ ਦੀ ਲੋੜ ਹੈ। ਹਾਂਜੀ ਹੋਰ ਕੋਈ ਸਵਾਲ? ਸਰਬਜੀਤ ਭਾਈ ਸੌਰੀ ਇੱਕ ਹੋਰ ਸਵਾਲ ਹੈ ਜੀ, ਤੁਸੀਂ ਮਾਫੀ ਚਾਹੁੰਦਾ ਭਾਜੀ ਤੁਹਾਡੇ ਤੋਂ, ਤੁਸੀਂ ਕਿਹਾ ਕਿ ਆਉਣ ਵਾਲੀ ਟਾਈਮ ਜਿਵੇਂ ਹੁਣ ਅੱਜ ਪ੍ਰੈਸ ਕਾਨਫਰੰਸ ਹੋ ਗਈ ਤੁਹਾਡੀ, ਮਤਲਬ ਤੁਸੀਂ ਇਹਦੀ ਜਾਣਕਾਰੀ ਪਬਲਿਕਲੀ ਸਾਰੇ ਸਿੱਖਾਂ ਨੂੰ ਦੇ ਦਿੱਤੀ ਆ ਕਿ ਕੀ ਹੋ ਰਿਹਾ ਹੈ। ਇੱਕ ਥਾਂ ਸੀ ਉਹਦੇ ਬਾਰੇ ਜਾਣਕਾਰੀ ਦੇ ਦਿੱਤੀ, ਉਸ ਤੋਂ ਬਾਅਦ ਮਹਾਰਾਜ ਦਾ ਸਰੂਪ ਜਿਹੜਾ ਸਰਕਾਰ ਹਿੱਤ ਲੈ ਆਂਦੇ ਉਹਨਾਂ ਨੇ ਕੇਸ ਕਰ ਦਿੱਤਾ, ਇਹਦੀ ਜਾਣਕਾਰੀ ਪਬਲਿਕ ਦੇ ਚਲ ਗਈ ਆ। ਹੁਣ ਇਸ ਤੋਂ ਬਾਅਦ ਵਾਲਾ ਸਟੈਪ ਤੁਹਾਡਾ ਕੀ ਆ ਤੇ ਉਹਦਾ ਟਾਈਮ ਸਕੇਲ ਕੀ ਹੋਊਗਾ? ਅਸੀਂ ਜੀ ਹੁਣ ਆਪਸ ਵਿੱਚ ਹੀ ਸਾਰੇ ਸਲਾਹ ਕਰਕੇ ਗੁਰਦੁਆਰਿਆਂ ਦੇ ਨਾਲ ਸਲਾਹ ਕਰਕੇ ਜਾਂ ਸਾਡੇ ਜਿਹੜੇ ਸਹਿਯੋਗੀ ਆ ਉਹਨਾਂ ਦੇ ਨਾਲ ਕੋਈ ਇਕੱਠੀ ਗੈਦਰਿੰਗ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਦੇ ਉਸ ਕੁਝ ਬੰਦਿਆਂ ਦੀ ਜ਼ਿੰਮੇਵਾਰੀ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹਨੂੰ ਇਹ ਸਪੇਅਰ ਹੈਡ ਕਰਨ, ਜਿਹਦਾ ਅਸੀਂ ਸਾਰੇ ਸਹਿਯੋਗੀ ਜਿਹੜੇ ਇੱਥੇ ਦੇ ਕਾਨੂੰਨੀ ਤੌਰ ਤੇ ਮਾਹਰ ਹੋਣ, ਸਿੱਖ ਮਾਈਂਡਡ ਹੋਣ। ਅਦਰਵਾਈਜ਼ ਅਸੀਂ ਸਾਰੇ ਨੱਠ ਭੱਜ ਤਾਂ ਕਰ ਸਕਦੇ ਆ, ਕਾਨੂੰਨੀ ਤੌਰ ਤੇ ਸਾਡੇ ਵੱਸ ਦੀ ਗੱਲ ਨਹੀਂ, ਪਰ ਜਿਹੜੇ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝਦੇ ਆ ਅਸੀਂ ਕੋਸ਼ਿਸ਼ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ। ਅੱਜ ਵੀ ਇੱਥੇ ਹੁਣ ਪ੍ਰੋਗਰਾਮ ਸੀ, ਸਵੇਰੇ ਹੁਣ ਦੁਪਹਿਰ ਨੂੰ ਵੀ ਪ੍ਰੋਗਰਾਮ ਆ, ਉਦੋਂ ਬਾਅਦ ਸਾਡੀ ਮੀਟਿੰਗ ਵੀ ਆ, ਉਹਦੇ ਵਿੱਚ ਵੀ ਇਹ ਮੁੱਦਾ ਰੱਖਾਂਗੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਇਹਨੂੰ ਕਿੱਦਾਂ ਵਧੀਆ ਤਰੀਕੇ ਨਾਲ ਨਜਿੱਠਿਆ ਜਾ ਸਕਦਾ। ਤੇ ਮੇਰੀ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਇਹ ਵੀ ਬੇਨਤੀ ਆ ਕਿ ਜਿਹੜੇ ਵਕੀਲ ਆ, ਜਿਹੜੇ ਸਿੱਖ ਮਾਈਂਡਡ ਵਕੀਲ ਆ, ਉਹਨਾਂ ਨੂੰ ਸਾਡੀ ਬੇਨਤੀ ਕਿ ਜ਼ਰੂਰ ਸਾਡਾ ਇਸ ਮਸਲੇ ਤੇ ਸਹਿਯੋਗ ਦੇਣ ਤਾਂ ਜੋ ਕੋਈ ਵਧੀਆ ਤਰੀਕੇ ਦੇ ਨਾਲ ਸਿੱਖਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਧਰਮ ਦੀ ਆਪਣੀ ਮਰਿਆਦਾ ਹੁੰਦੀ ਆ ਔਰ ਕਿਸੇ ਵੀ ਧਰਮ ਨੂੰ ਦੂਜੇ ਧਰਮ ਦੀ ਮਰਿਆਦਾ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਔਰ ਜਿਹੜੇ ਗੁਰਸਿੱਖ ਮਤਲਬ ਕਿਸੇ ਵੀ ਦੁਨੀਆ ਭਰ ਵਿੱਚ ਕੋਈ ਸ਼ਾਇਦ ਮਿਸਾਲ ਨਹੀਂ ਮਿਲਦੀ ਹੋਣਗੀ ਕਿ ਕਿਸੇ ਗੁਰਸਿੱਖ ਨੇ ਕਿਸੇ ਹੋਰ ਧਰਮ ਦੀ ਮਰਿਆਦਾ 'ਚ ਦਖਲ ਦਿੱਤਾ ਹੋਵੇ ਜਾਂ ਬੇਅਦਬੀ ਕੀਤੀ ਹੋਵੇ।
ਜਿਹੜੇ ਕੋਈ ਪਤਾ ਲੱਗਾ ਜਿਹੜੇ ਕਹਿ ਰਹੇ ਆ ਕਿ ਵੀ ਮਰਿਆਦਾ ਹੋ ਰਹੀ ਸੀ, ਜਿਵੇਂ ਹੁਣੇ ਗੱਲ ਕਿਹਾ ਕਿ ਜੇ ਬੇਅਦਬੀ ਹੋ ਰਹੀ ਸੀ ਤਾਂ ਇੱਕ ਕਮਿਊਨਿਟੀ ਇਕੱਠੀ ਹੋ ਰਹੀ ਸੀ, ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੋ ਪ੍ਰਚੰਡ ਰੂਪ ਵਿੱਚ 13 ਅਪ੍ਰੈਲ 1978 ਦਾ ਸਾਕਾ ਹੋਇਆ, ਜਿਹਦੇ ਤੋਂ ਲੈ ਕੇ ਵਰਤਮਾਨ ਸਿੱਖ ਸੰਘਰਸ਼ ਦਾ ਮੁੱਢ ਵੱਜਾ ਔਰ ਅੱਜ ਤੱਕ ਚੱਲਿਆ ਆ ਰਿਹਾ, ਜੇ ਉਸ ਵੇਲੇ ਵੀ ਉਹ ਸਾਰੇ ਸਿੰਘ ਇਹ ਸੋਚ ਲੈਂਦੇ ਤੇ ਫਿਰ ਅੱਜ ਸਾਡਾ ਕੀ ਹਾਲ ਹੁੰਦਾ, ਦੁਨੀਆ ਭਰ ਵਿੱਚ ਸਿੱਖ ਕੌਮ ਦਾ ਕੀ ਇਤਿਹਾਸ ਹੁੰਦਾ। ਜਿਹੜੇ ਗੁਰਸਿੱਖ ਉੱਥੇ ਗਏ ਆ, ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਉਹ ਗੁਰਸਿੱਖ ਗਏ ਆ, ਸਾਡਾ ਉਹਨਾਂ ਦੇ ਨਾਲ ਸੰਬੰਧ ਕਿਹੋ ਜਿਹਾ, ਵੇਖਣਾ ਇਹ ਚਾਹੀਦਾ ਆ ਹਰ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਨੂੰ, ਬਲਕਿ ਦੂਜਿਆਂ ਧਰਮਾਂ ਦਿਆਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਅੱਜ ਸਿੱਖ ਧਰਮ ਦੇ ਉੱਤੇ ਇਹ ਭੀੜ ਆ, ਕੱਲ੍ਹ ਨੂੰ ਸਾਡੇ ਧਰਮ ਤੇ ਵੀ ਆ ਸਕਦੀ ਆ। ਸੋ ਸਿੱਖ ਕੌਮ ਨੂੰ ਸਮੁੱਚੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸ਼ਬਦ ਗੁਰੂ ਪ੍ਰਤੱਖ ਗੁਰੂ ਆਪਾਂ ਦੇ ਮੰਨਦੇ ਆ ਗੁਰੂ ਸਾਹਿਬ, ਉਸ ਜਿਹੜਾ ਹੋਂਦ ਨੂੰ ਸਵਾਲ ਆ, ਉਹਦੇ ਲਈ ਸਮੁੱਚੀ ਸਿੱਖ ਕੌਮ ਨੂੰ ਵਰਲਡ ਵਾਈਡ ਇਕੱਠੇ ਹੋਣਾ ਚਾਹੀਦਾ। ਔਰ ਇਹਦੇ ਵਿੱਚ ਜੋ ਹੁਣ ਜ਼ਿਕਰ ਹੋਇਆ ਸੀਗਾ, ਕਿਉਂਕਿ ਕਿਹਾ ਗਿਆ ਸੀਗਾ ਭੇਡਾਂ ਦਾ, ਕਈ ਵਾਰੀ ਇਹ ਹੁੰਦਾ ਕਿ ਕੇਸ ਚੱਲਦੇ ਤੇ ਉਮੀਦ ਹੁੰਦੀ ਆ ਕਿ ਸ਼ਾਇਦ ਕਿਸੇ ਨੂੰ ਅਸੀਂ ਮਨਾ ਕੇ ਲਾਈਨ ਤੇ ਲੈ ਆਈਏ, ਜਾਂ ਕਈ ਵਾਰੀ ਚੱਲਦੇ ਕੇਸ ਵਿੱਚ ਕੁਝ ਪ੍ਰੋਬਲਮਸ ਹੁੰਦੀਆਂ, ਜਿਉਂ-ਜਿਉਂ ਕੇਸ ਚੱਲੂਗਾ ਜਾਂ ਕੇਸ ਤੋਂ ਬਾਅਦ ਸ਼ਾਇਦ ਉਹ ਜਿਹੜੇ ਫਿਰ ਬਿਲਕੁਲ ਖੜੇ ਹੀ ਰਹਿਣਗੇ ਤੇ ਫਿਰ ਨੰਗੇ ਹੋ ਵੀ ਜਾਣਗੇ ਕੌਮ ਦੇ ਸਾਹਮਣੇ। ਦਾਸ ਦੀਆਂ ਕੁਝ ਬੇਨਤੀਆਂ ਸੰਸਥਾਵਾਂ ਨੂੰ ਕਿ ਇੱਕ ਤਾਂ ਆਪਾਂ ਨੂੰ ਚਾਹੀਦਾ ਜਿਹੜੀ ਜਿਊਰੀ ਚੁਣੀ ਜਾਣੀ ਆ, ਉਹਨਾਂ ਨੂੰ ਬੇਨਤੀ ਕੀਤੀ ਜਾਵੇ ਕਿ ਜਿਹੜੇ ਮਾਨਤਾ ਪ੍ਰਾਪਤ ਧਾਰਮਿਕ ਸੰਸਥਾਵਾਂ ਦੇ ਹੋਣ, ਉਹਨਾਂ ਨੂੰ ਜਿਊਰੀ ਵਿੱਚ ਲਿਆ ਜਾਵੇ, ਚਾਹੇ ਦੂਸਰੇ ਧਰਮਾਂ ਦੇ ਵੀ ਹੋਣ। ਘੱਟੋ ਘੱਟ ਉਹਨਾਂ ਨੂੰ ਇਹ ਪਤਾ ਹੋਵੇ ਕਿ ਧਰਮਾਂ ਦੀ ਮਰਿਆਦਾ ਹੁੰਦੀ ਆ ਔਰ ਉਹਦੀ ਪਾਲਣਾ ਜ਼ਰੂਰੀ ਹੁੰਦੀ ਆ। ਦੂਸਰਾ, ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਕਿਵੇਂ ਰੱਖੀ ਜਾ ਸਕਦੀ ਆ, ਕੀ ਉਹਦੇ ਲਈ ਨੋਰਮਸ ਹੁੰਦੇ ਆ। ਜਥੇਦਾਰ ਅਕਾਲ ਤਖਤ ਸਾਹਿਬ ਜਾਂ ਜਿੰਨੀਆਂ ਮਾਨਤਾ ਪ੍ਰਾਪਤ ਸੰਸਥਾਵਾਂ, ਉਹਨਾਂ ਤੋਂ ਅੰਗਰੇਜ਼ੀ ਵਿੱਚ ਪੱਤਰ ਲਏ ਜਾਣ, ਜਿਹੜੇ ਕਿ ਸਮੇਂ ਸਿਰ ਆਪਣੇ ਵਕੀਲਾਂ ਰਾਹੀਂ ਅਦਾਲਤ ਵਿੱਚ ਪੇਸ਼ ਕੀਤੇ ਜਾਣ। ਇੰਗਲੈਂਡ ਦੇ ਵਿੱਚ ਗੁਰਸਿੱਖ ਜੋ ਕਾਨੂੰਨੀ ਮਾਰ ਆ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਉਹ ਇਸ ਕੇਸ ਵਿੱਚ ਮਦਦ ਕਰਨ, ਜੋ ਵੱਧ ਤੋਂ ਵੱਧ ਕਾਨੂੰਨੀ ਰੂਪ ਵਿੱਚ ਉਹ ਮਦਦ ਕਰ ਸਕਦੇ ਆ। ਤੇ ਦੇਖਣ ਵਾਲੀ ਚੀਜ਼ ਇਹ ਵੀ ਹੈ ਕਿ ਜਦੋਂ ਪੁਲਿਸ ਮੌਕੇ ਤੇ ਮੌਜੂਦ ਸੀ, ਹੋਰ ਅਨੇਕਾਂ ਲੋਕ ਉੱਥੇ ਮੌਕੇ ਤੇ ਮੌਜੂਦ ਸੀ, ਤੇ ਚੋਰੀ ਦਾ ਕੇਸ ਤਾਂ ਵੈਸੇ ਹੀ ਨਹੀਂ ਬਣਦਾ। ਦੂਸਰਾ ਇਹ ਹੈ ਕਿ ਜਿਹੜੀਆਂ ਸ਼ਖਸੀਅਤਾਂ ਉਹਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਉਹਦੇ ਵਿੱਚ ਇਨਵੋਲਵਡ ਆ, ਮਤਲਬ ਕਿ ਦੁਨੀਆ ਭਰ ਵਿੱਚ ਉਹ ਨਿਰਸਵਾਰਥ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਆਪਣਾ ਦਸਵੰਧ ਖਰਚ ਕੇ ਗੁਰੂ ਗ੍ਰੰਥ ਸਾਹਿਬ ਦੇ ਆਦਬ ਸਤਿਕਾਰ ਲਈ ਵਿਚਰ ਰਹੀਆਂ, ਤੇ ਉਹਨਾਂ ਤੋਂ ਮਤਲਬ ਕਲਪਨਾ ਵੀ ਕਿਵੇਂ ਕੀਤੀ ਜਾ ਸਕਦੀ ਕਿ ਉਹ ਕਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਜਾਣਗੇ। ਤੇ ਨਾਲ ਦੀ ਨਾਲ ਉਹਨਾਂ ਦਾ ਪੂਰਾ ਜਿਹੜਾ ਜੀਵਨ ਹੁੰਦਾ ਬੇਦਾਗ ਜੀਵਨ, ਕੋਈ ਕ੍ਰਿਮੀਨਲ ਰੈਕਾਰਡ ਨਾ ਹੋਵੇ, ਉਹਨਾਂ ਦੇ ਇੱਕਦਮ ਇੰਨਾ ਵੱਡਾ ਇਲਜ਼ਾਮ ਲਾ ਦੇਣਾ, ਮੇਰਾ ਖਿਆਲ ਕਿ ਅਦਾਲਤਾਂ ਵਿੱਚ ਜਾਂ ਸਾਰੇ ਇਹ ਜ਼ਰੂਰ ਵੇਖਣਗੇ। ਇੱਕ ਵਾਰ ਫਿਰ ਦਾਸ ਦੀ ਸਮੁੱਚੇ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਇਹ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਸਤਿਕਾਰ ਦਾ ਮੁੱਦਾ, ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਆ, ਇਹ ਮੁੱਦਾ ਹੈ। ਇਸ ਕਰਕੇ ਵਿਅਕਤੀਆਂ ਨੂੰ ਇੱਕ ਪਾਸੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਸਤਿਕਾਰ ਦੇ ਹਿੱਤ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਵਿੱਚ ਸਾਥ ਦੇਣਾ ਚਾਹੀਦਾ। ਵਾਹਿਗੁਰੂ ਜੀ ਅੰਗ ਸੰਗ ਸਹਾਇ ਹੋਣਗੇ ਔਰ ਕੌਮ ਨੂੰ ਨਿਸ਼ਚੈਵਾਚਕ ਜਿੱਤ ਪ੍ਰਾਪਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ, ਠੀਕ ਹੈ, ਹੁਣ ਆਪਾਂ ਸਮਾਪਤੀ ਕਰੀਏ। ਮੇਰੇ ਖਿਆਲ ਉਹਨਾਂ ਦੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਹੈ ਜੀ, ਮੀਡੀਆ ਦੀ ਇੱਥੇ ਵੀ ਅਟਮੋਸਟ ਰਿਸਪੌਂਸਿਬਿਲਿਟੀ ਹੈ ਕਿ ਤੁਹਾਡੇ ਕੋਲ ਕਾਫੀ ਐਵੀਡੈਂਸ ਆ ਚੁੱਕੇ ਨੇ। ਮੀਡੀਆ ਹਮੇਸ਼ਾ ਆਪਣੇ ਤੌਰ ਤੇ ਇੰਡੀਪੈਂਡੈਂਟ ਰਿਸਰਚ ਕਰਦਾ ਹੁੰਦਾ। ਤੁਹਾਨੂੰ FSO ਨੂੰ ਸਿੱਖ ਸੰਸਥਾਵਾਂ ਜੋ ਪਾਤਸ਼ਾਹ ਦੇ ਮਾਣ ਮਰਿਆਦਾ ਵਾਸਤੇ ਜੂਝ ਰਹੀਆਂ, ਉਹਨਾਂ ਦੀ ਸਟੇਟਮੈਂਟਸ ਤੁਸੀਂ ਆਪਣੇ ਸਵਾਲ ਵੀ ਕੀਤੇ ਨੇ। ਮੇਰਾ ਵੀ ਤੁਹਾਨੂੰ ਇਹ ਬੇਨਤੀ ਹੈ ਕਿ ਮੀਡੀਆ ਦੇ ਤੌਰ ਤੇ ਤੁਹਾਡੇ ਕੋਲ ਪੁਲਿਸ ਦਾ ਵੀ ਪਤਾ ਕਿ ਪੁਲਿਸ ਉੱਥੇ ਪ੍ਰੈਜ਼ੈਂਟ ਸੀ ਤੇ ਫਿਰ ਚੋਰੀ ਦਾ ਕੇਸ ਕਿਵੇਂ ਬਣਿਆ। ਸੰਸਥਾ ਜਿੱਥੋਂ ਗੁਰੂ ਮਹਾਰਾਜ ਸਾਹਿਬ ਦੇ ਸਰੂਪ ਲਿਆਂਦੇ ਗਏ ਨੇ ਉਹਨਾਂ ਤੱਕ ਵੀ ਪਹੁੰਚ ਕਰੋ ਔਰ ਤੁਹਾਡੀ ਇਹ ਰਿਸਰਚ ਹੋ ਸਕਦਾ ਆਉਣ ਵਾਲੇ ਸਮੇਂ 'ਚ ਸਾਡੇ ਹੱਕ ਨੂੰ ਐਵੀਡੈਂਸ ਬਣੇ। ਮੈਂ ਨਹੀਂ ਕਹਿੰਦਾ ਤੁਸੀਂ ਐਵੀਡੈਂਸ ਦੇ ਤੌਰ ਤੇ ਜੇ ਤੁਸੀਂ ਨਿਊਟਰਲੀ ਵੀ ਕਰਨਾ, ਪਰ ਰਿਸਰਚ ਕਰਨਾ ਤੁਹਾਡੀ ਵੀ ਰਿਸਪੌਂਸਿਬਿਲਿਟੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਰਿਆਂ ਦਾ ਧੰਨਵਾਦ ਜਿਹੜੇ ਮੀਡੀਆ ਦੇ ਚੈਨਲ ਇੱਥੇ ਆਏ ਆ। ਤੁਹਾਡੇ ਤੋਂ ਬਿਨਾਂ ਪੋਸੀਬਲ ਵੀ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਣੀ, ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਅੱਜ ਹੁਣ 1:30 ਵਜੇ ਇੱਥੇ ਪੰਥਕ ਕਾਨਫਰੰਸ ਹੈ 1:30 ਤੋਂ 3:30 ਤੱਕ, ਜਿਹਦੇ ਵਿੱਚ ਸਾਰਿਆਂ ਨੂੰ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਤੇ ਉਸ ਤੋਂ ਬਾਅਦ ਵਿੱਚ 4 ਵਜੇ FSO ਦੀ ਮੀਟਿੰਗ ਆ, 3:30 ਤੋਂ ਬਾਅਦ 4 ਦੇ ਵਿਚਾਲੇ ਸ਼ੁਰੂ ਕਰ ਲੈਣੀ ਅਸੀਂ, ਤਾਂ ਜਿਹਦੇ ਵਿੱਚ ਇਹ ਮੁੱਦਾ ਵੀ ਵਿਚਾਰਿਆ ਜਾਊਗਾ। ਜਿਹੜਾ ਮੀਟਿੰਗ ਆ ਵੈਸੇ ਘੱਲੂਘਾਰਾ ਜਿਹੜਾ 4 ਜੂਨ ਨੂੰ ਉਹਦੇ ਬਾਰੇ ਆ,
ਵੱਧ ਚੜ੍ਹ ਕੇ ਉਹਦੇ ਵਿੱਚ ਵੀ ਅਸੀਂ ਸਾਰੇ ਗੁਰਦੁਆਰਿਆਂ ਨੂੰ ਬੇਨਤੀ ਕਰਦੇ ਕਿ ਉਹਦੇ ਵਿੱਚ ਆਪਣਾ ਪੂਰਾ ਸਹਿਯੋਗ ਦੇਣ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।